ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ ਜਬ ਗੁਰ ਬੋਲੇ ਤਬ ਬਿਸਮ ਹੋਏ ਜਾਏ ਹਮ ਜੈਸੇ ਅਪਰਾਧੀ ਅਵਰ ਕੋਈ ਰਾਖੇ जैसे हम सतगुर राख लिए छड़ाए तू गुर पिता तू है गुरु माता तू गुर बंधप मेरा सखा सखाए जो हमरी बिद होती मेरे सतगुरा साबिद तुम हर जानो आपे हम रुलते फिरते कोई बात न पूछता गुर सतगुर संग कीरे हम तापे ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲਿਆ ਚੁਕੇ ਸਭ ਸੋਗ ਸੰਤਾਪੇ ਜਿਉ ਬੁਲਾਵੇਂ ਤਿਉ ਬੋਲੇ ਸੁਆਮੀ ਕੁਦਰਤ ਕਵਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਸ਼ਹੀਦੀ ਅਸਥਾਨ ਮਹਿਮਾਮਈ ਅਸਥਾਨ ਮੁਬਾਰਕ ਅਸਥਾਨ ਪਵਿੱਤਰ ਅਸਥਾਨ ਗੁਰਦੁਆਰਾ ਸੀਸਗੰਜ ਸਾਹਿਬ ਜੀ ਵਿਖੇ ਨਤਮਸਤਕ ਹੋ ਰਹੀ ਸਮੂਹ ਗੁਰੂ ਰੂਪ ਸਾਧ ਸੰਗਤ ਆਪ ਜੀ ਵਡਭਾਗੀ ਹੋ ਜਿਨ੍ਹਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਜੇ ਹੋਏ ਦਰਬਾਰ ਅੰਦਰ ਬੈਠ ਕਰਕੇ ਅਤੇ PTC ਸਿਮਰਨ ਚੈਨਲ ਦੇ ਮਾਧਿਅਮ ਦੁਆਰਾ ਦੇਸ਼ਾਂ ਵਿਦੇਸ਼ਾਂ ਵਿੱਚ ਘਰਾਂ ਵਿੱਚ ਬੈਠ ਕੇ ਸ਼ਬਦ ਗੁਰੂ ਸੁਰਤ ਧੁਨ ਚੇਲਾ ਜੁੜ ਕਰਕੇ ਗੁਰਮਤਿ ਗਾਢੀ ਰਾਹ ਦੇ ਪਾਂਧੀ ਬਣਨ ਦਾ ਸਫਲਾ ਯਤਨ ਕਰ ਰਹੇ ਹੋ। ਆਓ ਸਭ ਤੋਂ ਪਹਿਲਾਂ ਸਤਿਗੁਰਾਂ ਦੇ ਚਰਨਾਂ ਵਿੱਚ ਸੀਸ ਝੁਕਾ ਕੇ ਆਪਣੀ ਤੇ ਦਾਸ ਦੀ ਲਵਾਓ ਹਾਜ਼ਰੀ। ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਸਨਮਾਨ ਸਤਿਕਾਰਯੋਗ ਮਹਾਨ ਪੰਥ ਦੀ ਬਹੁਤ ਹੀ ਸਤਿਕਾਰਤ ਸ਼ਖਸੀਅਤ ਜੋ ਕਿਸੇ ਪਰਿਚੈ ਦੇ ਮੁਤਾਜ ਨਹੀਂ ਹਨ, ਸਿੰਘ ਸਾਹਿਬ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਹੈਡ ਗ੍ਰੰਥੀ ਸਾਹਿਬਾਨ, ਉਹਨਾਂ ਦੇ ਪਾਸੋਂ ਆਪ ਜੀ ਨੇ ਅੱਜ ਦਾ ਜੋ ਵਿਚਾਰ ਅਧੀਨ ਸੁਖਮਨੀ ਸਾਹਿਬ ਜੀ ਦੇ ਬਾਣੀ ਅੰਦਰ 17ਵੀਂ ਅਸ਼ਟਪਦੀ ਦੇ ਆਖਰੀ ਜੋ 2 ਪਦੇ ਹਨ, 7ਵਾਂ ਤੇ 8ਵਾਂ ਪਦਾ, ਇਸ ਦਾ ਪਾਠ ਸਰਵਣ ਕੀਤਾ ਹੈ, ਜਿਸ ਦੀ ਵਿਚਾਰ ਨਾਲ ਆਪਾਂ ਜੁੜਨਾ ਹੈ। ਆਪ ਸਾਰੇ ਵਡਭਾਗੇ ਹੋ ਜੋ ਪਰਮਾਤਮਾ ਦੀ ਹਜ਼ੂਰੀ ਵਿੱਚ ਪਰਮਾਤਮਾ ਦੇ ਨਾਲ ਬੈਠੇ ਹੋ। ਇਸ ਸਮੇਂ
ਆਪ ਜੀ ਰੱਬ ਦੇ ਘਰ ਵਿੱਚ, ਰੱਬ ਦੇ ਨਾਲ, ਰੱਬ ਦੇ ਪਰਿਵਾਰ ਵਿੱਚ ਬੈਠੇ ਹੋ। ਇਹ ਜੋ ਸੂਝ-ਬੂਝ ਹੈ, ਇਹ ਜੋ ਗਿਆਨ ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਜੀ ਨੇ ਦਿੱਤਾ ਹੈ ਕਿ ਅਗਰ ਰੱਬ ਨੂੰ ਮਿਲਣਾ ਹੈ, ਰੱਬ ਸਾਡੇ ਨਾਲ ਬੈਠਾ ਹੈ, ਅਸੀਂ ਰੱਬ ਨੂੰ ਦੇਖ ਰਹੇ ਹਾਂ, ਅਸੀਂ ਰੱਬ ਦੇ ਪਰਿਵਾਰ ਵਿੱਚ ਬੈਠੇ ਹਾਂ, ਰੱਬ ਦੇ ਘਰ ਵਿੱਚ ਬੈਠੇ ਹਾਂ, ਤਾਂ ਕਿਵੇਂ ਪਤਾ ਲੱਗੇ ਪੈਮਾਨਾ ਕੀ ਹੈ। ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਜੀ ਨੇ ਬੜਾ ਪਿਆਰਾ ਬਚਨ ਕਲਮਬੱਧ ਕੀਤਾ ਹੈ। ਕਹਿੰਦੇ ਇੱਕ ਵਾਰ ਨਾਰਦ ਜੀ ਵਿਚਰ ਰਹੇ ਸਨ, ਉਹਨਾਂ ਨੂੰ ਕਿਤੋਂ ਆਵਾਜ਼ ਸੁਣਾਈ ਦਿੱਤੀ, ਪੁੱਛ ਲਿਆ ਕੌਣ ਹੋ। ਜਵਾਬ ਮਿਲਿਆ, ਕਹਿਣ ਲੱਗੇ ਮੈਂ ਰੱਬ ਹਾਂ। ਕਹਿੰਦੇ ਜੇ ਤੂੰ ਰੱਬ ਹੈ, ਪਰਮਾਤਮਾ ਹੈ, ਅਕਾਲ ਪੁਰਖ ਹੈ, ਫਿਰ ਮਿਲਦਾ ਕਿਉਂ ਨਹੀਂ। ਰੱਬ ਕਹਿਣ ਲੱਗਾ ਤੂੰ ਮੇਰੇ ਘਰ ਹੀ ਨਹੀਂ ਆਉਂਦਾ, ਤੂੰ ਮੇਰੇ ਪਰਿਵਾਰ ਵਿੱਚ ਹੀ ਨਹੀਂ ਬੈਠਦਾ, ਤੂੰ ਮੇਰੇ ਦਰਸ਼ਨ ਹੀ ਨਹੀਂ ਕਰਦਾ, ਤੂੰ ਮੇਰੇ ਧੀਆਂ ਪੁੱਤਰਾਂ ਨਾਲ ਬੈਠ ਕੇ ਗੱਲਾਂ ਬਾਤਾਂ ਹੀ ਨਹੀਂ ਕਰਦਾ, ਕਦੀ ਆਇਆ ਹੀ ਨਹੀਂ। ਰੱਬ ਜੀ ਤੁਹਾਡਾ ਘਰ ਕਿੱਥੇ ਹੈ, ਤੁਹਾਡਾ ਨਿੱਜੀ ਸਰੂਪ ਕੀ ਹੈ, ਤੁਹਾਡਾ ਪਰਿਵਾਰ ਕੀ ਹੈ, ਤੁਹਾਡੇ ਮਾਂ-ਬਾਪ ਕੌਣ ਨੇ, ਤੁਹਾਡੇ ਧੀਆਂ ਪੁੱਤਰ ਕੌਣ ਨੇ, ਤੁਹਾਡੀ ਸੇਵਾ ਕਿੰਝ ਹੋ ਸਕਦੀ ਹੈ। ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਜੀ ਨੇ ਬੜਾ ਪਿਆਰਾ ਬਚਨ ਕੀਤਾ, ਕਹਿਣ ਲੱਗੇ ਨਿਜ ਘਰ ਮੇਰੋ ਸਾਧ ਸੰਗਤ ਨਾਰਦ ਮੁਨ। ਇਹ ਨਾਰਦ, ਜਿੱਥੇ ਸਤ ਸੰਗਤ ਹੋ ਰਹੀ, ਸਾਧ ਸੰਗਤ ਹੋ ਰਹੀ, ਉਹ ਮੇਰਾ ਨਿੱਜੀ ਘਰ ਹੈ, ਮੇਰਾ ਨਿੱਜੀ ਘਰ ਹੈ। ਦੇਖੋ ਬਿਲਡਿੰਗਾਂ ਬਣੀਆਂ ਨੇ, ਇਤਿਹਾਸਕ ਸਥਾਨ, ਉਹਨਾਂ 'ਤੇ ਪ੍ਰਬੰਧ ਹੈ। ਰੱਬ ਦਾ ਨਿੱਜੀ ਘਰ, ਰੱਬ ਜੀ ਕਹਿਣ ਲੱਗੇ ਜਿੱਥੇ ਸਤ ਸੰਗਤ ਹੈ ਉਹ ਮੇਰਾ ਨਿੱਜੀ ਘਰ ਹੈ। ਕਦੇ ਸਮਾਂ ਸੀ ਰੱਬ ਦਾ ਘਰ ਦਰਿਆਵਾਂ ਦੇ ਕੰਢੇ, ਬੀਆਬਾਨ ਮੈਦਾਨਾਂ ਵਿੱਚ, ਰੇਤ ਅੱਕ ਆਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ, ਤੇ ਸਤ ਸੰਗਤ ਜੁੜਦੀ ਸੀ। ਸਮਾਂ ਬਦਲਿਆ, ਸੋਹਣੀਆਂ ਇਮਾਰਤਾਂ ਬਣੀਆਂ, ਗੁਰਦੁਆਰੇ ਬਣੇ, ਸਤ ਸੰਗਤ ਜੁੜਦੀ ਹੈ। ਕਹਿਣ ਲੱਗੇ ਭਾਈ ਗੁਰਦਾਸ ਜੀ ਕਿ ਹੇ ਨਾਰਦ, ਜਿੱਥੇ ਸਾਧ ਸੰਗਤ ਹੈ ਉਹ ਮੇਰਾ ਨਿਜ ਘਰ ਹੈ। ਦਰਸ਼ਨ ਸਾਧ ਸੰਗਤ ਮੇਰੋ ਨਿਜ ਰੂਪ ਹੈ। ਕਹਿਣ ਲੱਗੇ ਜਦੋਂ ਮੱਥਾ ਟੇਕਣਾ, ਆ ਕੇ ਬੈਠਣਾ, ਸੰਗਤ ਦੇ ਦਰਸ਼ਨ ਕਰਨੇ, ਉਹ ਸੰਗਤ ਦੇ ਦਰਸ਼ਨ ਹੀ ਮੇਰਾ ਨਿੱਜੀ ਸਰੂਪ ਹੈ। ਆਖੋ ਸਤਨਾਮ ਸ਼੍ਰੀ। ਮੈਂ ਇਸ ਕਰਕੇ ਬੇਨਤੀ ਕੀਤੀ ਕਿ ਆਪ ਜੀ ਰੱਬ ਦੇ ਘਰ ਵਿੱਚ ਹੋ, ਰੱਬ ਦੇ ਨਾਲ ਬੈਠੇ ਹੋ। ਸਾਡੀ ਭਾਵਨਾ ਬਣ ਜਾਏ ਕਿ ਸੰਗਤ ਵਿੱਚ ਬੈਠੇ ਹਾਂ। ਇਹ ਕੋਈ ਆਮ ਦੁਨੀਆ ਨਹੀਂ, ਇਹ ਕੋਈ ਆਮ ਮਨੁੱਖ ਨਹੀਂ ਬੈਠੇ, ਇਹ ਰੱਬ ਦਾ ਰੂਪ ਹੈ। ਵਿੱਚ ਸੰਗਤ ਹਰ ਪ੍ਰਭ ਵਸੈ ਜੀ, ਇਹ ਰੱਬ ਬੈਠਾ ਸਾਡੇ ਨਾਲ। ਇਤਨੀ ਭਾਵਨਾ ਬਣ ਜਾਏ। ਦਰਸ਼ਨ ਸਾਧ ਸੰਗਤ ਮੇਰੋ ਨਿਜ ਰੂਪ ਹੈ। ਸਾਧ ਸੰਗ ਮਾਤਾ ਪਿਤਾ ਔ ਕੁਟੰਬ ਸਖਾ, ਸਾਧ ਸੰਗ ਨਿਜ ਸੁਤ ਸ੍ਰੇਸ਼ਟ ਅਨੂਪ ਹੈ। ਕਹਿਣ ਲੱਗੇ ਸਾਧ ਸੰਗਤ ਹੀ ਮੇਰੀ ਮਾਂ ਹੈ। ਆਖੋ ਸਤਨਾਮ ਸ਼੍ਰੀ। ਦੇਖੋ ਸਾਧ ਸੰਗਤ ਨੂੰ ਕਿਤਨਾ ਵੱਡਾ ਦਰਜਾ, ਕਿਤਨਾ ਸਤਿਕਾਰ ਦਿੱਤਾ, ਕਿਤਨਾ ਸਨਮਾਨ ਦਿੱਤਾ। ਕੋਈ ਸਾਧ ਸੰਗਤ ਵਿੱਚ ਬੈਠੇ ਤੇ ਸਹੀ ਜਰਾ 5 7 10 ਮਿੰਟ, 2 ਘੜੀਆਂ, ਘੰਟਾ, ਅੱਧਾ ਘੰਟਾ ਕੋਈ ਸਮਾਂ ਕੱਢ ਕੇ ਸਤ ਸੰਗਤ ਵਿੱਚ ਬੈਠੇ ਸੇ ਤਈ ਰੱਬ ਕਿਤਨਾ ਪਿਆਰ ਦਿੰਦੇ ਨੇ ਸਾਧ ਸੰਗਤ ਨੂੰ। ਸਾਧ ਸੰਗਤ ਮਾਤਾ ਪਿਤਾ ਔ ਕੁਟੰਬ ਸਖਾ। ਕਹਿਣ ਲੱਗੇ ਸਾਧ ਸੰਗਤ ਮੇਰੀ ਮਾਂ, ਮੇਰਾ ਪਿਤਾ, ਔ ਕੁਟੰਬ ਸਖਾ।
ਕਹਿਣ ਲੱਗੇ ਇਹੀ ਤੇ ਮੇਰਾ ਪਰਿਵਾਰ ਹੈ। ਐਵੇਂ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣਾ ਪਿਤਾ ਵਾਰ ਕੇ, ਮਾਂ ਵਾਰ ਕੇ, 4 ਪੁੱਤਰ ਵਾਰ ਕੇ, ਆਪਾ ਆਪ ਵਾਰ ਕੇ ਸਾਨੂੰ ਪਰਿਵਾਰ ਕਿਹਾ। ਕਹਿਣ ਲੱਗੇ ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਉਹ ਕੁਟੰਬ ਸਖਾ, ਰੱਬ ਜੀ ਕਹਿਣ ਲੱਗੇ ਮਿੱਤਰ ਵੀ ਮੇਰੇ ਨੇ। ਇਹ ਜਿੰਨੇ ਬੈਠੇ ਨੇ ਗੁਰੂ ਕੀ ਗੋਦ ਵਿੱਚ ਕਹਿਣ ਲੱਗੇ ਸਾਰੇ ਮੇਰੇ ਸਖੇ ਮਿੱਤਰ ਨੇ। ਸਾਧ ਸੰਗ ਸਰਬ ਨਿਧਾਨ, ਜੀਵਨ ਪ੍ਰਾਨ ਮੈਂ ਕਹਿਣ ਲੱਗੇ ਇਹ ਸਾਧ ਸੰਗਤ ਹੀ ਮੇਰਾ ਸਾਰਾ ਖਜ਼ਾਨਾ ਹੈ। ਇਹ ਮੇਰੇ ਜੀਵਨ, ਇਹ ਮੇਰੇ ਪ੍ਰਾਣ ਹਨ। ਕਹਿਣ ਲੱਗੇ ਸਾਧ ਸੰਗਤ ਕਦੀ ਖਤਮ ਨਹੀਂ ਹੁੰਦੀ ਔਰ ਕਦੀ ਨਾ ਖਤਮ ਹੋਣ ਵਾਲੀ ਵੀ ਨਹੀਂ ਹੈ। ਇਸ ਦੀ ਵੀ ਜੁਗੋ ਜੁਗ ਟੱਲ ਹੈ। ਸਾਧ ਸੰਗ ਨਿਜ ਪਦ ਸੇਵ ਦੀਪ ਧੂਪ ਹੈ। ਕਹਿਣ ਲੱਗੇ ਸਾਧ ਸੰਗਤ ਦੀ ਸੇਵਾ ਕਾਰਨੀ ਮੇਰੀ ਨਿਜ ਦੀ ਸੇਵਾ ਹੈ। ਜਿਹੜਾ ਸਾਧ ਸੰਗਤ ਦੀ ਸੇਵਾ ਕਰਦਾ ਹੈ ਉਹ ਮੇਰੀ ਨਿਜ ਦੀ ਸੇਵਾ। ਸਾਧ ਸੰਗਤ ਦੀ ਸੇਵਾ ਕਰਨ ਵਾਲਾ, ਮੁੱਠੀ ਚਾਪੀ ਕਰਨ ਵਾਲਾ, ਸਾਧ ਸੰਗਤ ਨਾਲ ਪਿਆਰ ਕਰਨ ਵਾਲਾ ਕਹਿਣ ਲੱਗੇ ਉਹ ਸਮਝੋ ਮੇਰੀਆਂ ਸਾਰੀਆਂ ਸੇਵਾਵਾਂ ਦਾ ਆਨੰਦ ਲੈ ਰਿਹਾ ਹੈ। ਸਾਧ ਸੰਗ ਰੰਗ ਰਸ ਭੋਗ ਸੁਖ ਸਹਿਜ ਮੈਂ। ਕਹਿਣ ਲੱਗੇ ਜਿਹੜੇ ਸਾਧ ਸੰਗਤ ਦੀ ਸੇਵਾ ਕਰਦੇ ਨੇ ਉਹਨਾਂ ਦੇ ਵਿੱਚੋਂ ਹੀ ਤੇ ਮੈਂ ਸਾਰੇ ਰੰਗ ਰਸ ਸੁਖ ਸਹਿਜ ਮੈਂ ਕਹਿਣ ਲੱਗੇ ਇਹਨਾਂ ਵਿੱਚ ਹੀ ਤੋਂ ਮੈਂ ਸੁਖ ਲੈਣਾ, ਇਹਨਾਂ ਵਿੱਚ ਹੀ ਮੈਂ ਟਿਕਦਾ। ਤੇ ਆਖਰੀ ਵਿੱਚ ਕਹਿਣ ਲੱਗੇ ਸਾਧ ਸੰਗ ਸੋਭਾ ਅਤ ਉਪਮਾ ਉਪ ਹੈ। ਕਹਿਣ ਲੱਗੇ ਜਿਹੜਾ ਸਾਧ ਸੰਗਤ ਵਿੱਚ ਜੁੜਦਾ ਹੈ, ਸਾਧ ਸੰਗਤ ਦੀ ਸੋਭਾ ਸਾਰੇ ਜਗ ਤੋਂ ਉੱਤਮ ਸੋਭਾ ਹੈ। ਤੋ ਆਪ ਸਾਰੇ ਸਤ ਸੰਗਤ ਵਿੱਚ ਬੈਠੇ ਹੋ, ਸਤਿਗੁਰੂ ਸਾਰਿਆਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨ। ਸਤ ਸੰਗਤ ਵਿੱਚ ਆ ਕੇ ਭੈ ਭਾਵਨੀ ਸਹਿਤ, ਗੁਰੂ ਸਾਹਿਬ ਜੀ ਦਾ ਬਚਨ ਹੈ। ਸਤਿਗੁਰ ਪਾਤਸ਼ਾਹ ਕਹਿੰਦੇ ਸਤ ਸੰਗਤੀ ਬਹਿ ਹੈ ਭਾਉ ਕਰ, ਸਦਾ ਹਰ ਕੇ ਗੁਣ ਗਾਏ। ਹੁਣ ਜਦੋਂ ਸਾਧ ਸੰਗਤ ਦੇ ਨਾਲ ਸਾਰੇ ਰਿਸ਼ਤੇ ਗੁਰੂ ਸਾਹਿਬ ਨੇ ਦੱਸੇ, ਸਾਧ ਸੰਗਤ ਹੀ ਸਭ ਕੁਛ ਹੈ। ਕਹਿਣ ਲੱਗੇ ਫਿਰ ਸਾਧ ਸੰਗਤ ਵਿੱਚ ਬੜੀ ਭੈ ਭਾਵਨੀ ਬਣਾ ਕੇ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਸਮਰਪਣ ਹੋ ਕੇ ਬੈਠ ਕੇ ਹਰ ਕੇ ਗੁਣ ਗਾਏ। ਕਿਵੇਂ ਗੁਣ ਗਾਉਣੇ ਨੇ ਸਾਧ ਸੰਗਤ ਵਿੱਚ ਬੈਠ ਕੇ? ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਬੜੇ ਪਿਆਰੇ ਬਚਨ ਕੀਤੇ ਨੇ। ਆਓ ਆਪਾਂ ਇੱਕ ਵਾਰ ਰਸਨਾ ਕਰਕੇ ਪਵਿੱਤਰ ਆਪਣੇ ਆਪ ਨੂੰ ਅੰਦਰ ਨੂੰ ਟਿਕਾ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਬਾਕਮਾਲ ਰਮਜਾਂ ਖੋਲੀਆਂ। ਇੱਕ ਇੱਕ ਤੁਕ ਦੇ ਵਿੱਚ, ਇੱਕ ਇੱਕ ਅੱਖਰ ਦੇ ਵਿੱਚ ਜੀਵਨ ਦਾ ਸਹਿਜ ਰੱਖਿਆ ਹੈ। ਸਮਝਣ ਦਾ ਯਤਨ ਕਰੀਏ। ਪਿਆਰ ਨਾਲ ਆਖੋ ਜੀ, ਸਾਧੋ ਗੋਬਿੰਦ ਕੇ ਗੁਣ ਗਾਵੋ, ਸਾਧੋ ਗੋਬਿੰਦ ਕੇ ਗੁਣ ਗਾਵੋ। ਮਾਨਸ ਜਨਮ ਅਮੋਲਕ ਪਾਇਓ, ਮਾਨਸ ਜਨਮ ਅਮੋਲਕ ਪਾਇਓ। ਬਿਰਥਾ ਕਾਹੇ ਗਵਾਵੋ, ਬਿਰਥਾ ਕਾਹੇ ਗਵਾਵੋ। ਸਾਧੋ ਗੋਬਿੰਦ ਕੇ ਗੁਣ ਗਾਵੋ, ਸਾਧੋ ਗੋਬਿੰਦ ਕੇ ਗੁਣ ਗਾਵੋ। ਸਾਧੋ ਆਖੋ ਸਤਨਾਮ ਸ਼੍ਰੀ। ਤੇ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਸ਼੍ਰੀ ਗੁਰੂ ਅਰਜਨ ਦੇਵ ਸੱਚਾ ਪਾਤਸ਼ਾਹ ਕੀ ਕਹਿ ਰਹੇ ਨੇ? ਬੋਲੋ ਜਸ ਜਿਹਬਾ ਦਿਨ ਰਾਤ। ਹੈ ਸਿੱਖਾ ਤੂੰ ਇੱਕ ਕੰਮ ਕਰ, ਮਹਾਰਾਜ ਕੀ ਹੁਕਮ ਹੈ? ਤੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਬੋਲੋ ਜਸ ਜਿਹਬਾ, ਇਹ ਮੇਰੀ ਰਸਨਾ ਤੂੰ ਦਿਨ ਰਾਤ ਪਰਮਾਤਮਾ ਦਾ ਨਾਮ ਜਪਿਆ ਕਰ। ਆਪਾਂ ਕੀ ਕਰਦੇ ਆ?
ਆਪਾਂ ਮੰਨ ਲਓ ਵੀ ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ, ਆਪਾਂ ਉੱਠੇ, ਇਸ਼ਨਾਨ ਕੀਤਾ, ਨਿਤਨੇਮ ਕਰ ਲਿਆ, ਜਿਵੇਂ ਕਿਵੇਂ ਹੋ ਗਿਆ ਗੁਰੂ ਦੀ ਕਿਰਪਾ ਨਾਲ। ਤੇ ਫਿਰ ਸਾਰਾ ਦਿਨ ਕਦੀ ਚੇਤੇ ਰਿਹਾ ਵੀ ਸਵੇਰੇ ਜਪਜੀ ਸਾਹਿਬ ਨੇ ਕੀ ਆਖਿਆ ਸੀ, ਸਵੇਰੇ ਜਾਪ ਸਾਹਿਬ ਨੇ ਕੀ ਆਖਿਆ ਸੀ। ਕਦੀ ਦਿਨ 'ਚ ਸਾਨੂੰ ਦੁਕਾਨ 'ਤੇ ਬੈਠਦਿਆਂ, ਵਿਚਰਦਿਆਂ, ਰਸਤੇ ਵਿੱਚ, ਘਰ ਪਰਿਵਾਰ ਵਿੱਚ ਵਿਚਰਦਿਆਂ ਕਦੀ ਚੇਤਾ ਰਿਹਾ ਹੋਵੇ ਵੀ ਸਵੇਰੇ ਆਨੰਦ ਸਾਹਿਬ ਦੇ ਵਿੱਚ ਧੰਨ ਸੱਚਾ ਪਾਤਸ਼ਾਹ ਬਾਬਾ ਗੁਰੂ ਅਮਰਦਾਸ ਜੀ ਨੇ ਕਿਹਾ ਕਿ ਸੀ। ਸੱਚ ਜਾਣਨਾ ਸਾਡੇ ਬਿਲਕੁਲ ਖਾਨੇ 'ਚ ਨਹੀਂ ਰਹਿੰਦਾ ਯਾਦ। ਤੇ ਗੁਰੂ ਬਾਬਾ ਜੀ ਕਹਿੰਦੇ ਸੱਤੀ ਪਹਿਰੀ ਸੱਤ ਭਲਾ, ਬਈਐ ਪੜਿਆ ਪਾਸ, ਉਥੇ ਪਾਪ ਪੁੰਨ ਵਿਚਾਰੀਐ, ਕੂੜੈ ਘਟੈ ਰਾਸ। ਦਿਨ ਦੇ ਕਿੰਨੇ ਪੈਰ ਨੇ? ਦਿਨ ਤੇ ਰਾਤ ਦੇ 8। ਤੇ ਗੁਰੂ ਸਾਹਿਬ ਕੀ ਕਹਿੰਦੇ? ਸੱਤੀ ਪਹਿਰੀ ਸੱਤ ਭਲਾ, ਬਈਐ ਪੜਿਆ ਪਾਸ। ਗੁਰੂ ਸਾਹਿਬ ਨੇ 7 ਪੈਰ ਕਿਉਂ ਆਖੇ? ਸਤਿਗੁਰੂ ਪਾਤਸ਼ਾਹ ਕਹਿੰਦੇ ਮੰਨ ਲਓ ਵੀ ਇੱਕ ਪੈਰ 3 ਘੰਟੇ ਤਾਂ ਤੂੰ ਨਾਮ ਜਪ ਲਿਆ, ਬਾਣੀ ਪੜ੍ਹ ਲਈ, ਬਾਕੀ ਦੇ 7 ਪੈਰ ਕੀ ਕਰਨਾ ਹੈ? ਮਹਾਰਾਜ ਕਹਿਣ ਲੱਗੇ ਆਹ ਗੱਲ ਵਿਚਾਰਨ ਵਾਲੀ ਆ। ਬੋਲੋ ਜਸ ਜਿਹਬਾ ਦਿਨ ਰਾਤ। ਦਿਨ ਰਾਤ ਦਾ ਅਰਥ ਕੀ ਹੈ? ਕਹਿਣ ਲੱਗੇ 7 ਪੈਰ ਜਿਹੜੇ ਨੇ, ਸੱਤੀ ਪਹਿਰੀ ਸੱਤ ਭਲਾ, ਜਿਹੜੇ ਦਿਨ ਦੇ ਬਾਕੀ ਦੇ 7 ਪੈਰ ਨੇ, ਕਹਿਣ ਲੱਗੇ ਉਦੋਂ ਵੀ ਸਾਡੀਆਂ ਗੱਲਾਂ ਵਿੱਚ, ਸਾਡੇ ਜੀਵਨ ਵਿੱਚ, ਸਾਡੇ ਕਿਰਦਾਰ ਵਿੱਚ, ਸਾਡੇ ਆਚਰਣ ਵਿੱਚ, ਸਾਡੇ ਸੁਭਾਅ ਵਿੱਚ ਉਹ ਜਿਹੜਾ ਅੰਮ੍ਰਿਤ ਵੇਲੇ ਸਾਹਿਬ ਦਾ ਪੜ੍ਹਿਆ ਹੋਇਆ 15 ਮਿੰਟਾਂ ਦੇ ਵਿੱਚ ਜਪਜੀ ਸਾਹਿਬ ਹੈ, ਉਹ ਸਾਰਾ ਦਿਨ ਸਾਡੇ ਜੀਵਨ ਵਿੱਚ, ਸਾਡੇ ਕਿਰਦਾਰ ਵਿੱਚ, ਸਾਡੇ ਆਚਰਣ ਵਿੱਚ ਉਹ ਵਰਤਣਾ ਚਾਹੀਦਾ। ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਜਿਹਬਾ ਗੁਣ ਗੋਬਿੰਦ ਸੁਨੋ ਅਰ ਗਾਓ ਰਸਨਾ ਗੀਤ। ਮਹਾਰਾਜ ਕਹਿਣ ਲੱਗੇ ਜਿਹਬਾ ਗੁਣ ਗੋਬਿੰਦ ਗਾਇਓ ਨਹੀਂ। ਮਹਾਰਾਜ ਕਹਿਣ ਲੱਗੇ ਹੇ ਗੁਰੂ ਕੇ ਸਿੱਖਾ, ਤੂੰ ਆਪਣੀ ਜਿਹਬਾ ਦੇ ਨਾਲ ਪਰਮਾਤਮਾ ਦੇ ਗੁਣਾਂ ਨੂੰ ਗਾ। ਭਗਤ ਸਾਹਿਬਾਨ ਦਾ ਬਚਨ ਹੈ, ਰੇ ਜਿਹਬਾ ਕਰੋ ਸਤਖੰਡ, ਜਾਮ ਨਾ ਉਚਰੈ ਸ੍ਰੀ ਗੋਬਿੰਦ। ਕਹਿਣ ਲੱਗੇ ਹੇ ਜਿਹਬਾ ਮੈਂ ਤੇਰੇ 7 ਟੁਕੜੇ ਕਰ ਦਿਆਂ। ਕਿਉਂ? ਪਰਮਾਤਮਾ ਦਾ ਨਾਮ ਨਹੀਂ ਜਪਦੀ, ਰਸਨਾ ਜਪੈ ਨ ਨਾਮ, ਤਿਲ ਤਿਲ ਕਰ ਕਟਿਐ। ਫਿਰ ਕੀ ਕਰਾਂ? ਕਹਿਣ ਲੱਗੇ ਰੰਗੀਲੇ ਜਿਹਬਾ ਹਰ ਕਹਿ ਨਾਏ, ਸੁਰੰਗ ਰੰਗੀਲੇ ਹਰ ਗੁਣ ਗਾਏ। ਆਪਣੀ ਜਿਹਬਾ ਨੂੰ ਪਰਮਾਤਮਾ ਦੇ ਗੁਣ ਗਾ ਗਾ ਕੇ ਨਾਮ ਰੰਗ ਦੇ ਵਿੱਚ ਰੰਗ ਲੈ। ਜਪਜੀ ਸਾਹਿਬ ਦੇ ਅੰਦਰ ਹੀ ਆਪਾਂ ਬਚਨ ਪੜ੍ਹਦੇ ਹਾਂ, ਇੱਕ ਦੂ ਜੀਭੋਂ ਲੱਖ ਹੋ ਹੈ, ਲੱਖ ਹੋਵੈ ਹੈ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼। ਇਹ ਸੱਚੇ ਪਾਤਸ਼ਾਹ ਮੇਰੇ ਕੋਲ ਤੇ ਰਸਨਾ ਇੱਕ ਆ ਨਾ, ਇਹ ਇੱਕ ਦੀਆਂ 20 ਕਰਦੇ, ਇੱਕ ਦੂ ਜੀਭੋਂ ਲੱਖ ਹੋ ਹੈ, ਲੱਖ ਲੱਖ ਕਰਕੇ ਫਿਰ ਉਹ ਲੱਖ ਦੀਆਂ 20 ਲੱਖ ਹੋ ਜਾਣ, ਤੇ ਫਿਰ ਵੀ ਤੇਰਾ ਨਾਮ ਇੱਕ ਇੱਕ ਰਸਨਾ ਨਾਲ ਲੱਖਾਂ ਵਾਰੀ ਜਪਾ ਤੇ ਜਪਿਆ ਨਹੀਂ ਜਾ ਸਕਦਾ। ਜਿਹਬਾ ਏਕ ਉਸਤਤ ਅਨੇਕ। ਕਹਿਣ ਲੱਗੇ ਸਤਿਗੁਰ ਸੱਚੇ ਪਾਤਸ਼ਾਹ ਮੇਰੇ ਕੋਲ ਤੇ ਇੱਕੋ ਹੀ ਜਿਹਬਾ, ਤੇਰੇ ਤੇ ਗੁਣ ਬਹੁਤੇ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਬਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਪਰਮਾਤਮਾ ਬਹੁਤ ਵੱਡਾ ਹੈ, ਉਹਦੇ ਗੁਣ ਇੱਕ ਰਸਨਾ ਤੋਂ ਗਾਏ ਨਹੀਂ ਜਾ ਸਕਦੇ। ਇਸੇ ਕਰਕੇ ਸਤਿਗੁਰ ਪਾਤਸ਼ਾਹ ਕਹਿੰਦੇ ਸਤਿਗੁਰ ਵੱਡਾ ਕਰ ਸਾਲਾਹੀ ਹੈ। ਪਰਮਾਤਮਾ ਦੇ ਗੁਣ ਗਾਉਣ ਲੱਗਿਆਂ, ਰੱਬ ਦੀ ਸਿਫਤ ਕਰਨ ਵਾਲਿਆਂ ਹਮੇਸ਼ਾ ਪਰਮਾਤਮਾ ਨੂੰ ਵੱਡਾ ਕਰਕੇ ਜਾਣ, ਜਿਸ ਵਿੱਚ ਵੱਡੀਆਂ ਵਡਿਆਈਆਂ, ਵੱਡਾ ਸਾਹਿਬ, ਉਹ ਪਰਮਾਤਮਾ ਸਭ ਤੋਂ ਵੱਡਾ ਹੈ। ਕਹਿਣ ਲੱਗੇ ਉਸ ਦੇ ਗੁਣ ਬੋਲੋ ਜਸ ਜਿਹਬਾ ਦਿਨ ਰਾਤ। ਤੇ ਜਸ ਦਾ ਅਰਥ ਹੁੰਦਾ ਹੈ ਅੰਦਰੋਂ ਭਿੱਜ ਕੇ,
एक हुंदा है फार्मैलिटी करनी, एक्टिंग करनी, पखंड, लोक विखावा। जिहड़ा जस हुंदा है ना, कहण लगे तां अंदरों भिज के जुड़ के प्यार दे विच चाह दे नाल परमात्मा दे गुण गाउणे। ते जिहड़ी फार्मैलिटी है ਉਹਦੇ ਵਿੱਚੋਂ ਕੋਈ ਲਾਹਾ नहीं मिलता। सतगुरु पातशाह जी का बचन है, चोर सलाह है चीत ना भीजै, जे बदी करे तो तसू ना छीजै। हुण देखो एक चोर है, चोरी की फड़िया गया, तो जिन्हें फड़िया उन्होंने आखे जी तुसी तो बड़े ही धनाड़ हो, तुसी तो बड़े ही चंगे, तुसी तो गुरमुख हो, तुसी तो महापुरुष हो, तुहाडा तो लेखा ही कोई नहीं महाराज, तुसी तो गुरु नानक का रूप हो। ते जिहड़ा सामने कुर्सी ते बैठा उन्होंने पता है भी यह गुनाहगार है, झूठी उस्तत करता है। सतगुरु पातशाह कहते जिहड़ी फार्मैलिटी है, जिहड़ी एक्टिंग है, उन्होंने जस नहीं कहा जाता। इस करके उन्होंने सतगुरु जी ने आख्या, कर्म धर्म पाखंड जो दिसै तिन जम जा गाती लूटै। धर्म के नां ते जिहड़े पखंड करने मारे कहते तो लुटे जाणगे रस्ते च, ये पार नहीं लगन वाले। तो करना की है, बोलो जस जिहबा दिन रात परमात्मा दे गुण अपनी रसना दे नाल दिन रात गाई जा, उहदी उस्तत करी जा, उहनूं जपी जा। जिवें जिवें उहदा गुणगान करेगा, सतगुरु पातशाह कहते उस मालक दी तेरे ते बख्शिश होवेगी, तेरे ते किरपा होवेगी। गुरु अमरदास महाराज कहते ए रसना तू अनरस राच रही, तेरी प्यास ना जाए। प्यास न जाए होर तो कितै, जिचर हर रस पल्लै ना पाए। महाराज कहन लगे जदों तक तू होर होर गल्लां करदी रहेंगी ना, झूठियां उस्ततां दे विच पई रहेंगी, कदे भी अंदरों तू तृप्त नहीं होना, कदे भी तू रज्जना नहीं। रजेगी उदण ही जिदन परमात्मा दे गुण गाएंगे। ते सतगुरु पातशाह कहते राम गोबिंद जपेंदियां होआ मुख पवित्र। जहाँ आप बचन पढ़ते ना, नाम कहत गोबिंद का सूची भई रसना। जिस दिन तू परमात्मा दे गुण गाएंगे उस दिन तू पवित्र हो जाएंगे। भट्ट साहबान ने बचन किया, कहन लगे जी तां परसक्याथ जी गुर अमर भणीजै। ऐ बंदिया तेरी रसना तेरी जुबान पवित्र हो जाएगी। कदों? कहन लगे जदों इहदे उत्ते परमात्मा दा नाम होएगा। कबीर मेरी सिमरनी, आ देखो साडे हाथ च फड़ी हुई सिमरनी माला। कबीर साहब कहते मैं ये माला नहीं फेरदा। कबीर साहब फिर केड़ी है? ते कबीर साहब कहते कबीर मेरी सिमरनी रसना ऊपर राम। कह लगे मैं तो अपनी जबान नूं ही सिमरनी बना लिया माला, ते रसना दे नाल ही परमात्मा दा नाम मैं जपदा रहना। आद जुगादी सगल भगत ताको सुख विसराम। अपनी रसना दे उत्ते परमात्मा दे नाम नूं वसा के रख। ते साडी रसना ते कुछ होर वसिया होया। सतगुरु पातशाह कहंदे नहीं भाई, ये परमात्मा ने रसना दिती है। जिन जिहबा दिती वो परमात्मा दा शुकराना कर, जिन्हें बोलण वाली जबान दिती है। देखो परमात्मा कोलों आपां जो कुछ मंगिया उन्हें वो दिता, पर बहुत कुछ असी नहीं मंगिया, बिना मंगिया ही दिता। असी कदे रब दे कोलों माँ बाप मंगे, उन्हें बिना मंगिया दिते। असी कदे परमात्मा दे कोलों अपनी आँखां अपने कन ये दंद ये अंग पैर आपां मंग के लए, ये शरीर उहदे कोलों मंग के लिया, बिना मंगे मिलिया। श्वास लै रहे हैं बिना मंगिया आ रहे हैं। इथों तक आ जबान भी असी मंग के नहीं लई, जिहदे नाल असी
3600 ਚੀਜ਼ਾਂ ਦਿਹਾੜੀ 'ਚ ਰੱਬ ਕੋਲੋਂ ਮੰਗਦੇ ਆ, ਤੇ ਜਿਸ ਪ੍ਰਮਾਤਮਾ ਨੇ ਬਿਨਾਂ ਮੰਗਿਆਂ ਮੰਗਣ ਵਾਲੀ ਜ਼ੁਬਾਨ ਦਿੱਤੀ, ਸਰੀਰ ਦਿੱਤਾ, ਮਾਂ ਬਾਪ ਦਿੱਤੇ, ਕੀਮਤੀ ਅੰਗ ਦਿੱਤੇ, ਇਹ ਬੰਦਿਆ ਜਿਸ ਇਹ ਜੇ ਬਿਨਾਂ ਮੰਗਿਆਂ ਇਹ ਸਭ ਕੁਝ ਦਿੱਤਾ ਹੈ ਤੇ ਬਿਨਾਂ ਮੰਗਿਆਂ ਮੰਗਣ ਵਾਲੀ ਜ਼ੁਬਾਨ ਦਿੱਤੀ ਹੈ, ਜੇ ਤੂੰ ਇਸ ਜ਼ੁਬਾਨ ਤੋਂ ਪਰਮਾਤਮਾ ਨੂੰ ਮੰਗੇਗਾ ਕਿ ਉਹ ਨਹੀਂ ਆਏਗਾ, ਕਿ ਉਹ ਨਹੀਂ ਮਿਲੇਗਾ। ਇਸ ਕਰਕੇ ਸਤਿਗੁਰ ਪਾਤਸ਼ਾਹ ਕਹਿੰਦੇ ਇਹ ਬੰਦਿਆ ਆਪਣੀ ਇਸ ਜੇਬਾਂ ਦੇ ਨਾਲ, ਰਸਨਾ ਦੇ ਨਾਲ ਤੂੰ ਪਰਮਾਤਮਾ ਦੇ ਗੁਣ ਗਾਇਆ ਕਰ। ਮਹਾਰਾਜ ਕੀ ਹੋਏਗਾ? ਸਤਿਗੁਰ ਪਾਤਸ਼ਾਹ ਕਹਿਣ ਲੱਗੇ, ਪ੍ਰਭ ਆਪਣੇ ਜਨ ਕੀਨੀ ਦਾਤ। ਜਿਹੜਾ ਪਰਮਾਤਮਾ ਦੀ ਉਸਤਤ ਕਰਦਾ ਹੈ, ਪਰਮਾਤਮਾ ਦੇ ਗੁਣਗਾਨ ਕਰਦਾ ਹੈ, ਪਰਮਾਤਮਾ ਉਹਦੇ ਤੇ ਬਖਸ਼ਿਸ਼ ਕਰ ਦਿੰਦਾ ਹੈ, ਪਰਮਾਤਮਾ ਉਹਨੂੰ ਆਪਣੀ ਦਾਤ ਦੋ ਦਿੰਦਾ ਹੈ। ਸਤਿਗੁਰ ਪਾਤਸ਼ਾਹ ਮਹਾਰਾਜ ਜੀ ਨੇ ਦਾਤਾਂ ਆਪਣੇ ਕੋਲ ਰੱਖੀਆਂ ਨੇ। ਕਹਿਣ ਲੱਗੇ ਸਿੱਖਾ, ਜਦੋਂ ਤੂੰ ਮਾਲਕ ਦੇ ਨਾਲ ਜੁੜੇਗਾ ਉਹ ਪਰਮਾਤਮਾ ਤੈਨੂੰ ਦਾਤ ਦੇਗਾ, ਤੇਰੇ ਤੇ ਬਖਸ਼ਿਸ਼ ਕਰੇਗਾ। ਦੇਖੋ ਜਦੋਂ ਕੋਈ ਕਿਸੇ ਦੀ ਉਸਤਤ ਕਰਦਾ ਹੈ, ਕਿਸੇ ਦੇ ਗੁਣਗਾਨ ਕਰਦਾ ਹੈ, ਕਿਸੇ ਰਾਜੇ ਮਹਾਰਾਜੇ ਦੇ ਘਰ ਜਾ ਕੇ ਕੋ ਉਹਦੀ ਉਸਤਤ ਕਰਦਾ ਹੈ, ਤਾਂ ਉਹਨੂੰ ਦਾਤ ਵਿੱਚ ਕੁਝ ਦਿੰਦਾ ਹੈ, ਉਹਨੂੰ ਬਖਸ਼ਿਸ਼ ਦਿੰਦਾ ਹੈ। ਭਲਿਆ ਜੇ ਤੂੰ ਪਰਮਾਤਮਾ ਦੇ ਦਰ ਤੇ ਆ ਕੇ ਉਹਦੇ ਗੁਣਗਾਨ ਕਰੇਗਾ, ਉਹ ਤੇਰੇ ਤੇ ਦਾਤ ਬਖਸ਼ੇਗਾ। ਤੇ ਦਾਤ ਮਿਲਦੀ ਕਦੋਂ ਹੈ? ਜਦੋਂ ਭਰੋਸਾ ਬਣ ਜਾਏ, ਜਦੋਂ ਵਿਸ਼ਵਾਸ ਬਣ ਜਾਏ। ਦੇਖੋ ਬਿਨਾਂ ਵਿਸ਼ਵਾਸ ਤੋਂ ਆਪਾਂ ਕਿਸੇ ਨੂੰ ਆਪਣੀ ਗੱਡੀ ਦੀ ਚਾਬੀ ਨਹੀਂ ਦਿੰਦੇ। ਕੋਈ ਗੱਡੀ ਮੰਗ ਲੈ, ਜੇ ਆਪਾਂ ਨੂੰ ਵਿਸ਼ਵਾਸ ਹੈ ਆਪਾਂ ਤਾਂ ਉਹਨੂੰ ਆਪਣੀ ਗੱਡੀ ਦਿੰਨੇ, ਵਰਨਾ ਨਹੀਂ ਦਿੰਦੇ। ਜਿੱਦਨ ਪਰਮਾਤਮਾ ਨੂੰ ਤੇਰੇ ਤੇ ਵਿਸ਼ਵਾਸ ਬਣ ਗਿਆ, ਸਤਿਗੁਰ ਪਾਤਸ਼ਾਹ ਕਹਿੰਦੇ ਜਾਂ ਕੈ ਹਿਰਦੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਸਿੱਖਾ ਜੇ ਅਜੇ ਤੱਕ ਅੰਦਰੋਂ ਜੜ ਨਹੀਂ ਨਾ ਲੱਗੀ, ਜੇ ਅੰਦਰੋਂ ਸੋਮਾ ਨਹੀਂ ਨਾ ਫੁੱਟਿਆ ਅੰਮ੍ਰਿਤ ਦਾ, ਜੇ ਅਜੇ ਜਪਜੀ ਪੜਨ ਦੇ ਵਿੱਚ, ਜਪਜੀ ਸਾਹਿਬ ਦਾ ਪਾਠ ਕਰਨ ਵਿੱਚ ਰਸ ਨਹੀਂ ਨਾ ਆਉਣ ਲੱਗਾ, ਇੱਕ ਗੱਲ ਦਾ ਖਿਆਲ ਰੱਖੀ, ਅਜੇ ਤੇਰੇ ਵਿੱਚ ਕੋਈ ਬੇਸਵਾਸੀ ਹੈ, ਬੇਭਰੋਸਗੀ ਹੈ। ਜਿੱਦਨ ਗੁਰੂ ਦਾ ਤੇਰੇ ਤੇ ਵਿਸ਼ਵਾਸ ਬਣ ਗਿਆ, ਭਰੋਸਾ ਬਣ ਗਿਆ, ਮਾਰੇ ਕਹਿੰਦੇ ਤਤਕਾਲ, ਉਸੇ ਵੇਲੇ। ਤਤਕਾਲ ਦਾ ਅਰਥ ਜਾਣਦੇ ਹਨ? ਇੱਕ ਹੁੰਦੀ ਰਿਜ਼ਰਵੇਸ਼ਨ, ਇੱਕ ਹੁੰਦੀ ਤਤਕਾਲ, ਖੜੇ ਸਮੇਂ ਮੌਕੇ ਤੇ। ਸਤਿਗੁਰ ਪਾਤਸ਼ਾਹ ਕਹਿੰਦੇ ਜਿੱਦਨ ਤੇਰਾ ਗੁਰੂ ਤੇਰੇ ਤੇ ਵਿਸ਼ਵਾਸ ਬਣਾ ਲਿਆ, ਗੁਰੂ ਦਾ ਤੇਰੇ ਤੇ ਭਰੋਸਾ ਬਣ ਗਿਆ, ਵਿਸ਼ਵਾਸ ਬਣ ਗਿਆ, ਸਤਿਗੁਰ ਪਾਤਸ਼ਾਹ ਕਹਿੰਦੇ ਉਦਨ ਤਾਂ ਮਾਲਕ ਨੇ ਉਸੇ ਵੇਲੇ ਹੀ ਕਿਰਪਾ ਕਰ ਦੇਣੀ ਹੈ। ਹੁਣ ਦੇਖੋ ਇੱਕ ਬੱਚੇ ਦਾ ਮਾਂ ਤੇ ਭਰੋਸਾ ਹੈ ਤੇ ਮਾਂ ਦਾ ਬੱਚੇ ਤੇ ਵਿਸਾਹ ਹੈ। ਸਤਿਗੁਰ ਪਾਤਸ਼ਾਹ ਕਹਿੰਦੇ ਅੰਤਰ ਬਾਹਰ ਕਾਜ ਵਿਰੋਧੀ ਚੀਤ ਸੁਬਾਰ ਕਰਾਖੀ ਹਲੇ। ਮਾਂ ਕਾਰੋਬਾਰ ਕਰਦੀ, ਘਰ ਪਰਿਵਾਰ ਅੰਦਰ ਬਾਹਰ ਤੁਰੀ ਫਿਰਦੀ, ਉਹਦੇ ਅੰਦਰ ਆਪਣੇ ਪੁੱਤ ਦੀ ਯਾਦ ਹੈ। ਤੇ ਪੁੱਤਰ ਜਦੋਂ ਮਾਂ ਦੀ ਗੋਦ ਵਿੱਚ ਬੈਠਾ ਹੋਵੇ, ਭਾਵੇਂ ਕਿੰਨਾ ਗਰੀਬ ਘਰਾਣਾ ਹੋਵੇ, ਪੁੱਤ ਜਦੋਂ ਆਪਣੀ ਮਾਂ ਦੀ ਗੋਦ ਵਿੱਚ ਬੈਠਾ ਹੁੰਦਾ, ਸਭ ਤੋਂ ਵੱਡਾ ਆਪਣੇ ਆਪ ਨੂੰ ਬਾਦਸ਼ਾਹ ਸਮਝਦਾ ਹੈ। ਕਿਉਂ? ਉਹਨੂੰ ਕਿਸੇ ਦਾ ਡਰ ਨਹੀਂ, ਕੋਈ ਫਿਕਰ ਨਹੀਂ, ਕੋਈ ਚਿੰਤਾ ਨਹੀਂ। ਇੱਕ ਵਿਸਾਹ, ਇੱਕ ਭਰੋਸਾ, ਇਹ ਗੁਰੂ ਦਰ ਦੇ ਉੱਤੇ ਦਾਨ ਮੰਗਿਆ ਜਾਂਦਾ ਹੈ। ਵਿਸਾਹੋ ਦਾਨ, ਭਰੋਸਾ ਦਾਨ। ਸਿੱਖਾ ਜਿੱਦਨ ਗੁਰੂ ਦਾ ਤੇਰੇ ਤੇ ਭਰੋਸਾ ਬਣ ਗਿਆ, ਵਿਸ਼ਵਾਸ ਬਣ ਗਿਆ, ਉਦਨ ਮਾਲਕ ਨੇ ਕਿਰਪਾ ਕਰ ਦੇਣੀ। ਦੇਖੋ ਪੰਜ ਪਿਆਰੇ ਸਾਹਿਬਾਨ, ਪੰਜ ਪਿਆਰੇ ਸਾਹਿਬਾਨ, ਉਹਨਾਂ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਵਿਸ਼ਵਾਸ ਬਣ ਗਿਆ। ਕਿਵੇਂ ਬਣਿਆ? ਉਹਨਾਂ ਨੇ ਪਹਿਲਾਂ ਆਪਣਾ ਸੀਸ, ਸਤਿਗੁਰ ਆਗਿਆ ਸੀਸ ਭੇਟ ਦਿਓ, ਗੁਰੂ ਚਰਨਾਂ ਦੇ ਅੱਗੇ ਸੀਸ ਭੇਟਾ ਕਰ ਦਿੱਤਾ। ਇਹ ਹੁਣ ਸੀਸ ਭੇਟ ਕਰਨਾ ਕੀ ਹੈ? ਇੱਕ ਕਲੈਕਟਿਵ ਸੋਚ ਹੈ, ਇੱਕ ਸੋਚ ਹੈ। ਆਪਾਂ ਮੱਥਾ ਟੇਕਦੇ ਹਾਂ, ਅੱਛਾ ਜੇ ਭਲਾ ਮੱਥਾ ਨਾ ਹੀ ਟੇਕਿਆ ਜਾਏ, ਬਾਕੀ ਦੇ ਅੰਗ ਲਾ ਦਿਓ, ਹੱਥ ਲਾ ਦਿਓ, ਗੋਡੇ ਲਾ ਦਿਓ, ਵੀ ਮੱਥਾ ਕਿਉਂ ਟੇਕਿਆ ਜਾਂਦਾ ਹੈ? ਇਹਦੇ ਵਿੱਚ ਸੋਚ ਹੈ।
ਵਿਚਾਰ ਹੈ, ਇਹ ਸੋਚ ਹੀ ਤਾਂ ਗੁਰੂ ਦੇ ਨਾਲ ਮਿਲਾਣੀ ਹੈ। ਜਿੱਦਣ ਤੇਰੀ ਤੇ ਗੁਰੂ ਦੀ ਸੋਚ ਇੱਕ ਹੋ ਗਈ, ਵਿਚਾਰ ਇੱਕ ਹੋ ਗਈ, ਉਦਣ ਗੁਰੂ ਨੇ ਤੇਰੇ ਤੇ ਕਿਰਪਾ ਕਰ ਦੇਣੀ। ਜਿੱਦਣ ਪੰਜਾਂ ਪਿਆਰਿਆਂ ਦੀ ਸੋਚ ਗੁਰੂ ਨਾਲ ਰਲ ਗਈ, ਗੁਰੂ ਨੇ ਉਹਨਾਂ ਨੂੰ ਕਹਿ ਦਿੱਤਾ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋਂ ਕਰੋ ਨਿਵਾਸ। ਔਰ ਇੱਥੇ ਬਸ ਨਹੀਂ, ਉਹਨਾਂ ਪੰਜਾਂ ਦੇ ਅੱਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੀਸ ਝੁਕਾਇਆ। ਉਹਨਾਂ ਪੰਜਾਂ ਦੇ ਪਾਸੋਂ ਹੱਥ ਅੱਡ ਕੇ, ਝੋਲੀ ਅੱਡ ਕੇ ਖੰਡੇ ਬਾਟੇ ਦੀ ਪੋਹਲ ਲਈ। ਇਹਦਾ ਅਰਥ ਕੀ ਸੀ? ਸੈਂਟੈਂਸ ਕੀ ਸੀ? ਉਹਨਾਂ ਤੇ ਇੰਨਾ ਵਿਸ਼ਵਾਸ ਭਰੋਸਾ ਬਣ ਗਿਆ, ਉਹਨਾਂ ਵਿੱਚ ਤੇ ਗੁਰੂ ਗੋਬਿੰਦ ਸਿੰਘ 'ਚ ਕੋਈ ਫਰਕ ਨਾ ਰਹਿ ਗਿਆ। ਸਤਿਗੁਰ ਪਾਤਸ਼ਾਹ ਮਹਾਰਾਜ ਦਾਦੂਵਾਲ ਦੀ ਸਮਾਧ ਤੇ ਗਏ, ਪੰਜਾਂ ਪਿਆਰਿਆਂ ਪਾਸੋਂ ਤਨਖਾਹ ਵੀ ਲਵਾ ਲਈ। ਜੋ ਹੁਕਮ ਕਿਹਾ ਖਾਲਸੇ ਨੇ ਮੰਨਿਆ। ਜੇ ਪੰਜਾਂ ਨੇ ਕਿਹਾ ਸਤਿਗੁਰੂ ਤੁਹਾਨੂੰ ਖਾਲਸੇ ਦਾ ਹੁਕਮ ਹੈ, ਗੜੀ ਛੱਡ ਦਿਓ, ਸਤਿਗੁਰੂ ਨੇ ਕਿਹਾ, ਕਹਿਣ ਲੱਗੇ ਭਲਿਓ, ਕਦੇ ਬਗਾਨਿਆਂ ਨੇ ਕਿਹਾ ਸੀ ਕਿਲ੍ਹਾ ਖਾਲੀ ਕਰ ਦੇ, ਉਦਣ ਵੀ ਮੰਨਿਆ। ਜੇ ਅੱਜ ਆਪਣਿਆਂ ਨੇ ਕਿਹਾ ਤਾਂ ਮੈਨੂੰ ਹੁਕਮ ਖਾਲਸੇ ਦਾ ਸਿਰ ਮੱਥੇ ਹੈ। ਇਹ ਵਿਸ਼ਵਾਸ ਹੈ। ਅੱਛਾ, ਮੈਂ ਬੇਨਤੀ ਕਰਾਂ ਸਾਧ ਸੰਗਤ ਜੀ, ਮਾਧੋ ਦਾਸ ਬੈਰਾਗੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖੰਡੇ ਬਾਟੇ ਦੀ ਪੌਲ ਦਿੱਤੀ ਤੇ ਉਹਨੂੰ ਪੰਜਾਬ ਵੱਲ ਨੂੰ ਤੋਰਿਆ, ਸਤਿਗੁਰੂ ਨੇ ਕੀ ਦਿੱਤਾ? 5 ਤੀਰ 5 ਸਿੰਘ। ਕਿਹਾ ਵੀ ਜਾ ਹੁਣ ਸਰਹੰਦ ਤੇ ਚੜ੍ਹਾਈ ਕਰ ਦੇ, ਦੁਸ਼ਮਣਾਂ ਨੂੰ ਸੋਧਾ ਲਾ ਦੇ। ਤੇ ਮਾਧੋ ਦਾਸ ਕਹਿ ਸਕਦਾ ਸੀ, ਸੱਚੇ ਪਾਤਸ਼ਾਹ ਕਦੋਂ ਦੇ ਮੈਂ ਸ਼ਸਤਰ ਸੁੱਟੇ, ਇੱਕ ਹਿਰਨੀ ਦੇ ਉੱਤੇ ਵਾਰ ਕੀਤਾ, ਬੈਰਾਗ ਹੋ ਗਿਆ, ਕਦੋਂ ਦੇ ਸ਼ਸਤਰ ਵਿਦਿਆ ਛੱਡ ਦਿੱਤੀ, ਸ਼ਸਤਰ ਸੁੱਟ ਦਿੱਤੇ। ਪਾਤਸ਼ਾਹ ਕਈ ਸਾਲ ਹੋ ਗਏ ਮੈਨੂੰ ਬੈਰਾਗੀ ਬਣੇ ਨੂੰ, ਭਗੂਤੀ ਸਵਾਹ ਮਲ ਕੇ ਸਰੀਰ ਤੇ ਬੈਠੇ ਜਟਾਂ ਵਧਾ ਕੇ ਨੂੰ। ਤੇ ਪਾਤਸ਼ਾਹ ਅੱਜ ਇੱਕੋ ਹੀ ਵੇਲੇ ਤੁਸੀਂ ਮੈਨੂੰ ਆ ਸਿਰਫ 5 ਤੀਰ ਤੇ 5 ਸਿੰਘ ਤੇ ਚੜ੍ਹਾਈ ਕਰਨੀ ਸੂਬਾ ਸਰਹੰਦ ਤੇ, ਕਹਿ ਸਕਦਾ ਸੀ ਨਾ। ਪਰ ਉਹਨੇ ਕਿਉਂ ਨਹੀਂ ਆਖਿਆ? ਉਹ 5 ਤੀਰ 5 ਸਿੰਘ ਲੈ ਕੇ ਚੜ੍ਹਾਈ ਕਰਕੇ ਤੁਰ ਪਿਆ। ਕਾਰਨ ਉਹਨੂੰ ਪਤਾ ਸੀ ਇਹ 5 ਤੀਰ 5 ਨਹੀਂ, ਇਹ 5 ਸਿੰਘ 5 ਨਹੀਂ, ਇਹਨਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਵਰਤਦਾ। ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਿਸ਼ਵਾਸ ਭਰੋਸਾ ਸੀ ਵੀ ਗੁਰੂ ਸਾਹਿਬ ਮੇਰੇ ਨਾਲ ਨੇ, ਮੇਰੇ ਅੰਗ ਸੰਗ ਨੇ, ਗੁਰੂ ਦਾ ਹੁਕਮ ਮੇਰੇ ਨਾਲ ਹੈ। ਗੁਰੂ ਦਾ ਬਚਨ ਲੈ ਕੇ, ਗੁਰੂ ਦਾ ਵਿਸ਼ਵਾਸ ਲੈ ਕੇ ਬਾਬਾ ਬੰਦਾ ਸਿੰਘ ਤੁਰ ਪਿਆ। ਤਾਂ ਸਤਿਗੁਰ ਪਾਤਸ਼ਾਹ ਕਹਿਣ ਲੱਗੇ, ਸਿੱਖਾ ਜਿੱਦਣ ਤੇਰੇ ਤੇ ਗੁਰੂ ਦਾ ਵਿਸ਼ਵਾਸ ਭਰੋਸਾ ਬਣ ਗਿਆ। ਅੱਛਾ ਦੇਖੋ, ਕੁਝ ਉਮਰਾਂ ਮਿੱਥੀਆਂ ਨੇ। 18 ਸਾਲ ਤੋਂ ਪਹਿਲਾਂ DL ਡਰਾਈਵਿੰਗ ਲਾਇਸੈਂਸ ਨਹੀਂ ਬਣਦਾ। ਕਿਉਂ? ਉਹਦੇ ਤੇ ਵਿਸ਼ਵਾਸ ਨਹੀਂ ਹੁੰਦਾ ਵੀ ਇਹ ਗੱਡੀ ਰੋਡ ਤੇ ਸਹੀ ਚਲਾਏਗਾ। ਫਿਰ ਵੀ ਸਿੱਖ ਕੇ ਟੈਸਟ ਹੁੰਦਾ ਹੈ। ਅੱਗੇ ਆਈਏ, 18 ਸਾਲ ਤੋਂ ਪਹਿਲਾਂ ਵੋਟ ਪਾਉਣ ਦਾ ਹੱਕ ਨਹੀਂ, ਵਿਸ਼ਵਾਸ ਨਹੀਂ। 21 ਸਾਲ ਤੋਂ ਪਹਿਲਾਂ ਸ਼ਾਦੀ ਆਨੰਦ ਕਾਰਜ ਨਹੀਂ। ਕੋਈ ਸੀਮਾ ਹੈ ਨਾ ਵਿਸ਼ਵਾਸ ਦੀ। ਇਸੇ ਤਰ੍ਹਾਂ ਮਹਾਰਾਜ ਕਹਿਣ ਲੱਗੇ, ਜਿੱਦਣ ਵਿਸ਼ਵਾਸ ਬਣ ਜਾਏ, ਜਿਸ ਦਿਨ ਤੇਰੇ ਤੇ ਗੁਰੂ ਦਾ ਵਿਸ਼ਵਾਸ ਬਣ ਗਿਆ, ਸਤਿਗੁਰ ਪਾਤਸ਼ਾਹ ਕਹਿੰਦੇ ਪ੍ਰਭ ਆਪਣੇ ਜਨ ਕੀਨੀ ਦਾਤ। ਜਿਹੜਾ ਜਨ ਹੈ ਉਹ ਗੁਰੂ ਦੀ ਸੋਚ ਵਿੱਚ ਇੱਕ ਮਿਕ ਹੋ ਜਾਂਦਾ ਹੈ। ਮੈਂ ਬੇਨਤੀ ਕਰਾਂ ਸਾਧ ਸੰਗਤ, ਧੰਨ ਸੱਚਾ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜਿਹੜੇ 35 ਮਹਾਂਪੁਰਖ ਨੇ, ਦੇਖੋ ਕੋਈ ਭਗਤ ਕਿਤੇ ਜਨਮਿਆ, ਕੋਈ ਕਿਤੋਂ ਦਾ ਰਹਿਣ ਵਾਲਾ, ਕੋਈ ਕਿਹੋ ਜਿਹੇ ਕਲਚਰ, ਕੋਈ ਕਿਹੋ ਜਿਹਾ ਦੇਸ਼, ਉੱਥੋਂ ਦਾ ਰਹਿਣ ਸਹਿਣ ਵੱਖਣਾ। ਪਰ ਇੱਥੇ ਦੇਖੋ ਸਾਰਿਆਂ ਦੀ ਸੋਚ ਇੱਕੋ ਹੀ ਹੈ। ਜੋ ਗੱਲ ਭਗਤ ਕਬੀਰ ਸਾਹਿਬ ਕਹਿ ਰਹੇ ਨੇ, ਉਹੀ ਗੱਲ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ, ਉਹੀ ਗੱਲ ਭੱਟ ਸਾਹਿਬਾਨ ਕਹਿ ਰਹੇ ਨੇ, ਉਹੀ ਗੱਲ ਗੁਰੂ ਦੇ ਉਹ ਮਹਾਨ ਪਰਉਪਕਾਰੀ ਭਗਤ ਪਿਆਰੇ ਸਿੱਖ ਕਹਿ ਰਹੇ ਨੇ। ਤਾਂ ਸੋਚ ਇੱਕ ਹੈ। ਸਤਿਗੁਰ ਪਾਤਸ਼ਾਹ ਕਹਿੰਦੇ ਜਿੱਦਣ ਤੇਰੀ ਵਿਚਾਰ ਗੁਰੂ ਵਾਲੀ ਹੋ ਗਈ, ਸਤਿਗੁਰ ਪਾਤਸ਼ਾਹ ਕਹਿੰਦੇ ਉਸ ਦਿਨ ਮਾਲਕ ਨੇ ਤੇਰੇ ਤੇ ਆਪਣੀ ਰਹਿਮਤ ਕਰ ਦੇਣੀ। ਕਰਹਿ ਭਗਤ ਆਤਮ ਕੈ ਚਾਏ। ਜਿੱਦਣ ਮਾਲਕ ਦੀ ਬਖਸ਼ਿਸ਼ ਹੋ ਜਾਏ, ਕਹਿੰਦੇ ਫਿਰ ਉਹ ਬੰਦਗੀ ਕਰਦਾ ਹੈ, ਫਿਰ ਉਹ ਭਗਤੀ ਕਰਦਾ ਹੈ। ਪਰ ਕਰਦਾ ਕਿਵੇਂ ਆ? ਆਤਮ ਕੈ ਚਾਏ। ਉਹ ਅੰਦਰੋਂ ਖੁਸ਼ ਹੋ ਕੇ, ਉਹ ਫਿਰ ਬੱਧਾ ਰੁੱਧਾ ਚੱਟੀ ਨਹੀਂ ਭਰਦਾ। ਮਹਾਰਾਜ ਕਹਿੰਦੇ ਬੱਧਾ ਚੱਟੀ ਜੋ ਭਰੇ ਨਾ ਗੁਣ,
ਨਾ ਉਪਕਾਰ। ਹੁਣ ਤੁਸੀਂ ਦੇਖਣਾ, ਪੜ ਰਿਹਾ ਹੋਵੇ ਜਪਜੀ ਸਾਹਿਬ, ਬੈਠੇ ਹੋਈਏ ਸਤ ਸੰਗਤ ਦੇ ਵਿੱਚ, ਲੈ ਰਹੇ ਹੋਈਏ ਆਵਾਸੀਆਂ, ਆਕੜ ਆਲਸ ਪੈ ਰਹੀ ਹੋਵੇ, ਬਾਣੀ ਪੜ ਰਹੇ ਆ ਪਰ ਜੀ ਨਹੀਂ ਕਰਦਾ, ਕਥਾ ਕੀਰਤਨ ਸੁਣ ਲਈ ਬੈਠੇ ਪਰ ਜੀ ਨਹੀਂ ਕਰਦਾ, ਮਨ ਨਹੀਂ ਲੱਗਦਾ। ਕਾਰਨ ਮਾਰੇ ਕਹਿਣ ਲੱਗੇ ਆਤਮਾ ਚਾਓ, ਅੰਦਰੋਂ ਚਾਹ ਨਹੀਂ ਪੈਦਾ ਹੋਇਆ। ਛੇਤੀ ਖੁਸ਼ੀ ਸਵਾਰੀ ਹੈ। ਮਾਰੇ ਕਹਿਣ ਲੱਗੇ ਜਦੋਂ ਅੰਦਰੋਂ ਖੁਸ਼ੀ ਹੋਏਗੀ ਉਦਨ ਕਾਰਜ ਰਾਸ ਹੋਏਗਾ। ਅੱਛਾ, ਆਤਮਿਕ ਚਾਓ ਕਿਉਂ ਨਹੀਂ? ਦੇਖੋ, ਚਾਹ ਉਦੋਂ ਪੈਦਾ ਹੁੰਦਾ ਹੈ ਜਦੋਂ ਸਾਡੀ ਮਨ ਭਾਉਂਦੀ, ਮਨ ਨਿਸ਼ਚਿਤ, ਮਨ ਪਸੰਦ ਚੀਜ਼ ਮਿਲੇ। ਬੰਦਾ ਜਿਸ ਚੀਜ਼ ਦਾ ਚਾਹ ਰੱਖਦਾ ਉਹ ਮਿਲ ਜਾਏ, ਬੰਦਾ ਕਿੰਨਾ ਖੁਸ਼ ਹੁੰਦਾ ਹੈ। ਕੋਈ ਸੱਜਣ ਮਿੱਤਰ ਆਇਆ, ਬੜੀ ਦੇਰ ਬਾਅਦ ਸਾਰੀ ਰਾਤ ਗੱਲਾਂ ਕਰੀ ਗਏ, ਸਵੇਰੇ ਕਹਿਣ ਲੱਗੇ ਪਤਾ ਹੀ ਨਹੀਂ ਲੱਗਾ ਦਿਨ ਰਾਤ ਕਦੋਂ ਲੰਘ ਗਈ, ਚਾਹ 'ਚ ਹੀ ਇੰਨਾ ਚਾਹ ਸੱਜਣ ਮਿੱਤਰ ਮਿਲਿਆ। ਤਾਂ ਹੁਣ ਸਾਡੀਆਂ ਮਨ 'ਚ ਚੀਜ਼ਾਂ ਕੀ ਨੇ, ਸਾਡੇ ਮਨ ਦੇ ਚਾਅ ਕੀ ਨੇ, ਉਹ ਸਾਡੀਆਂ ਅਰਦਾਸਾਂ 'ਚੋਂ ਪਤਾ ਚੱਲਦਾ ਹੈ ਕਿ ਸਾਡੀਆਂ ਅਰਦਾਸਾਂ 'ਚ ਕੀ ਹੈ। ਔਰ ਜੋ ਸਾਡੀਆਂ ਅਰਦਾਸਾਂ ਵਿੱਚ ਹੈ ਉਹ ਸਾਡੀ ਆਤਮਾ ਦੀ ਖੁਰਾਕ ਨਹੀਂ, ਉਹ ਸਾਡੀ ਆਤਮਾ ਦੀ ਮਨਪਸੰਦ ਚੀਜ਼ ਨਹੀਂ ਹੈ। ਇਸ ਕਰਕੇ ਆਤਮਾ ਜਿਹੜੀ ਹੈ ਉਹ ਫਿਰ ਹੱਥ 'ਚ ਫੜਿਆ ਹੋਇਆ ਗੁਟਕਾ ਛੱਡ ਕੇ ਵੀ ਕਿਤੇ ਹੋਰ ਤੇ ਚਲੇ ਜਾਂਦੀ। ਕਿਉਂ? ਮਨ ਜਿਹੜਾ ਕਿਤੇ ਹੋਰ ਹੈ, ਆਤਮਿਕ ਚਾਓ ਨਹੀਂ ਖਿੜਿਆ, ਅੰਦਰੋਂ ਹੁਲਾਸ ਨਹੀਂ ਪੈਦਾ ਹੋਇਆ। ਚਲੋ ਛੋਟੀਆਂ ਜਿਹੀਆਂ ਉਦਾਹਰਨਾਂ ਲੈ ਲਵਾਂ, ਗਿਲਾ ਨਾ ਕਰਨਾ, ਮੈਂ ਤੁਹਾਡੇ ਵਿੱਚ ਹੀ ਹਾਂ। ਜਿਹੜਾ ਸਤ ਸੰਗੀ ਹੈ, ਜਿਹੜਾ ਯਾਤਰੂ ਹੈ, ਜਿਹੜਾ ਸੇਵਕ ਹੈ, ਉਹਨਾਂ ਦੀਆਂ ਅਰਦਾਸਾਂ, ਉਹਨਾਂ ਦੇ ਮਨ ਦੇ ਚਾਅ ਨੇ ਮਨੋਕਾਮਨਾ ਪੂਰੀਆਂ। ਜਿਹੜਾ ਮੇਰੇ ਵਰਗਾ ਬਖਤਾ ਹੈ, ਬੁਲਾਰਾ ਹੈ, ਉਹਦਾ ਟਾਰਗੇਟ ਹੈ ਲਿਫਾਫਾ, ਪੈਸਾ ਤੇ ਮਾਫ ਕਰਨਾ। ਜਿਹੜਾ ਢਾਂਚਾ ਹੈ ਸੰਭਾਲਣ ਵਾਲਾ, ਸਾਰੇ ਵਿੱਚ ਅਸੀਂ ਆ ਜਾਈਏ, ਉਹਨਾਂ ਦਾ ਹੈ ਕੀ ਕਮਾਈ, ਕਿੰਨਾ ਪੈਸਾ ਆਇਆ, ਕਿੰਨਾ ਪ੍ਰਬੰਧ 'ਚ ਲੱਗਾ, ਕੀ ਆਇਆ ਕੀ ਗਿਆ। ਤੇ ਜਿਹੜਾ ਸਾਡਾ ਸਾਰਿਆਂ ਦਾ ਟਾਰਗੇਟ ਇਕੱਠਾ ਹੈ ਉਹ ਹੈ ਲੰਗਰ। ਵੀ ਲੰਗਰ 'ਚ ਕੀ ਬਣਿਆ ਕੀ ਨਹੀਂ ਬਣਿਆ। ਅੱਛਾ, ਧਿਆਨ ਦਿਓ ਸਾਧ ਸੰਗਤ, ਇਹ ਤੇ ਬਾਪੂ ਨਾਨਕ ਦੀ ਕਿਰਪਾ ਹੈ ਕਿ ਉਹਨੇ ਪੰਗਤ ਦਾ ਇੰਨਾ ਕੁ ਕਿਰਪਾ ਕਰ ਦਿੱਤੀ ਕਿ ਸਾਰੀ ਦੁਨੀਆ ਦੇ ਵਿੱਚ ਅੱਜ ਸਾਡੀ ਪੱਗ ਨੂੰ ਲੋਕ ਸਲੂਟ ਕਰਦੇ ਨੇ ਕਿ ਇਹ ਕਿਤੇ ਕੋਈ ਭੁੱਖਾ ਰਹਿਣ ਨਹੀਂ ਦਿੰਦੇ। ਬਾਪੂ ਨਾਨਕ ਦੇ ਦਰ ਤੇ ਆ ਕੋਈ ਭੁੱਖਾ ਜਾਂਦਾ ਹੀ ਨਹੀਂ, ਔਰ ਜਾਵੇ ਵੀ ਕਿਉਂ? ਕਿਉਂ? ਬਾਪੂ ਨਾਨਕ ਦੇ ਭੰਡਾਰੇ ਭਰੇ ਪਏ ਆ, ਮੁੱਕਦੇ ਹੀ ਨਹੀਂ, ਜਿੰਨੇ ਮਰਜ਼ੀ ਖਾਈ ਜਾਓ, ਖਾਵੋ ਖਰਚੋ ਰਲ ਮਿਲ ਭਾਈ, ਤੋਟ ਨੇ ਆਵੇ ਵੱਧ ਦੋ ਜਾਈ। ਪਰ ਮੈਂ ਬੇਨਤੀ ਕਰਾਂ ਸਿੱਖੋ, ਇੱਕ ਲੰਗਰ ਦਾ ਤੇ ਸਾਨੂੰ ਪਤਾ ਹੈ, ਪੰਗਤ ਲਗਾ ਕੇ ਛਕਦੇ ਆ, ਛਕਾਉਨੇ ਆ। ਲੰਗਰ ਦੌਲਤ ਵੰਡੀ ਹੈ, ਰਸ ਅੰਮ੍ਰਿਤ ਖੀਰ ਘਿਆਲੀ। ਪਰ ਕਦੇ ਦੂਜੇ ਲੰਗਰ ਵੱਲ ਆ ਜਾਈਏ, ਗੁਰੂ ਨਾਨਕ ਦੇ ਦਰ ਤੇ 2 ਪ੍ਰਕਾਰ ਦੇ ਲੰਗਰ ਚੱਲਦੇ ਨੇ। ਤੇ ਦੂਜਾ ਲੰਗਰ, ਲੰਗਰ ਚੱਲਾ ਗੁਰ ਸ਼ਬਦ ਹਰ ਤੋਟ ਨਾ ਆਵੇ। ਮਾਰੇ ਕਹਿਣ ਲੱਗੇ ਆ ਜਿਹੜਾ ਸ਼ਬਦ ਦਾ ਲੰਗਰ, ਬਾਪੂ ਨਾਨਕ ਨੇ ਜਿਹੜਾ ਬਾਹਰ ਦਾ ਪੰਗਤ ਦਾ ਲੰਗਰ ਤਾਂ ਇੱਕ ਥਾਂ ਤੇ ਬਾਪੂ ਦੀ ਦਿੱਤੀ ਹੋਈ ਰਾਸ਼ੀ 20 ਰੁਪਏ ਉਦੋਂ ਦੇ, ਉਹ ਸਿੱਕੇ ਜਿਹੜੇ ਟਕੇ ਚੱਲਦੇ ਸਨ, ਉਹ ਖਰਚ ਕੇ ਲੰਗਰ ਲਾਏ, ਹੋਰ ਵੀ ਲੋੜਾਂ ਪੂਰੀਆਂ ਕੀਤੀਆਂ। ਪਰ ਬਾਪੂ ਨਾਨਕ ਨੇ ਸ਼ਬਦ ਦਾ ਲੰਗਰ ਤੇ ਥਾਂ ਥਾਂ ਤੇ ਲਾਇਆ। ਸਿੱਖਾ, ਬਾਪੂ ਨਾਨਕ ਜਿੱਥੇ ਗਿਆ ਸ਼ਬਦ ਦਾ ਲੰਗਰ ਦੇ ਕੇ ਆਇਆ, ਸ਼ਬਦ ਦਾ ਲੰਗਰ ਹੀ ਲੈ ਕੇ ਆਇਆ। ਸ਼ਬਦ ਦਿੱਤਾ, ਸ਼ਬਦ ਹੀ ਲਿਆ। ਮਾਰੇ ਕਹਿਣ ਲੱਗੇ ਸਿੱਖਾ ਤੂੰ ਸ਼ਬਦ ਦਾ ਲੰਗਰ ਛਕ। ਮੈਂ ਧੰਨਵਾਦੀ ਹਾਂ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਸਰਦਾਰ ਜਗਦੀਸ਼ ਸਿੰਘ ਕਾਲੋਂ, ਤੇ ਸਾਡੇ ਧਰਮ ਪ੍ਰਚਾਰ ਦੇ ਚੇਅਰਮੈਨ ਸਰਦਾਰ ਜਸਪ੍ਰੀਤ ਸਿੰਘ ਜੀ ਕਰਮਸਰ, ਜਿਨ੍ਹਾਂ ਦੀ ਸਾਰੀ ਟੀਮ ਨੇ ਰਲ ਕੇ, ਜੇ ਕਰੋਨਾ ਦਾ ਸਮਾਂ ਸੀ ਤੇ ਉਦੋਂ ਲੰਗਰ ਘਰ ਘਰ ਪਹੁੰਚਾਇਆ, ਹੁਣ ਸਮਾਂ ਸਹੀ ਲੱਗਿਆ ਤੇ ਅੱਜ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਨੇ ਸ਼ਬਦ ਦਾ ਲੰਗਰ ਘਰ ਘਰ ਲੈ ਕੇ ਗਏ। ਘਰ ਘਰ ਦੇ ਵਿੱਚ ਜਿੱਥੋਂ ਜਿੱਥੋਂ ਤੱਕ ਸੁਨੇਹਾ ਪਹੁੰਚ ਸਕਿਆ ਪਹੁੰਚਾ ਕੇ ਇਹ ਸ਼ਬਦ ਦਾ ਲੰਗਰ, ਗੁਰਮਤਿ ਦੀਆਂ ਕਲਾਸਾਂ, ਬੱਚਿਆਂ ਨੂੰ ਗੁਰਮੁਖੀ ਦੇ ਨਾਲ, ਬਾਣੀ ਦੇ ਨਾਲ ਜੋੜਨ ਦਾ ਪ੍ਰਬੰਧ ਕੀਤਾ। ਧੰਨਵਾਦੀ ਹੈ ਦਿੱਲੀ ਕਮੇਟੀ।
ਧੰਨਵਾਦ ਹੈ ਦਿੱਲੀ ਕਮੇਟੀ ਦਾ। ਔਰ ਮੈਂ ਬੇਨਤੀ ਕਰਾਂ ਜਿੱਥੇ ਜਿਹੜਾ ਚੰਗਾ ਕੰਮ ਹੋ ਰਿਹਾ ਉਹਦੇ ਵਿੱਚ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਸਹਿਯੋਗ ਵੀ ਦੇਣਾ ਚਾਹੀਦਾ ਹੈ, ਉੱਥੇ ਸਿਫਤ ਵੀ ਕਰਨੀ ਚਾਹੀਦੀ ਹੈ, ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਰਹੋ ਵਿਚਾਰ। ਤਾਂ ਸਤਿਗੁਰ ਪਾਤਸ਼ਾਹ ਕਹਿਣ ਲੱਗੇ ਸਿੱਖਾ ਇਹ ਬਾਹਰ ਦੇ ਤੇਰੇ ਟਾਰਗੇਟ ਜਿਹੜੇ ਨੇ ਇਹ ਆਤਮਿਕ ਨਹੀਂ, ਆਤਮਾ ਦੀ ਖੁਰਾਕ ਹੈ ਸ਼ਬਦ। ਤੇ ਜਦੋਂ ਤੂੰ ਸ਼ਬਦ ਦੇ ਨਾਲ ਜੁੜ ਜਾਏਗਾ, ਮਾਰੇ ਕਹਿਣ ਲੱਗੇ ਫਿਰ ਕਰ ਹੈ ਭਗਤ ਆਤਮ ਕੈ ਚਾਹੇ, ਫਿਰ ਅੰਦਰੋਂ ਭਿੱਜ ਕੇ ਅੰਦਰੋਂ ਜੁੜ ਕੇ ਉਹ ਫਿਰ ਪ੍ਰਮਾਤਮਾ ਦੀ ਸਿਫਤ ਕਰਦਾ ਹੈ। ਪ੍ਰਭ ਆਪਣੇ ਸਿਉ ਰਹਿ ਸਮਾਏ, ਜਿਹੜਾ ਪ੍ਰਭੂ ਦੀ ਭਿੱਜ ਕੇ ਸਿਫਤ ਕਰਦਾ ਪ੍ਰਭੂ ਦੇ ਵਿੱਚ ਸਮਾ ਜਾਂਦਾ ਹੈ। ਜਿਉਂ ਜਲ ਮੈਂ ਜਲਿਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਿਆ ਗਵਨ ਪਾਏ ਬਿਸਰਾਮ ਨਾਨਕ ਪ੍ਰਭ ਕਹਿ ਸਦ ਕੁਰਬਾਨ। ਉਹ ਰੱਬ ਰੂਪ ਹੋ ਜਾਂਦਾ ਹੈ। ਜੋ ਹੋਆ ਹੋਵਤ ਸੋ ਜਾਣੈ, ਤੇ ਫਿਰ ਉਸ ਪਿਆਰੇ ਦੀ ਨਿਸ਼ਾਨੀ ਕੀ ਹੈ? ਜਿਹੜਾ ਜੇਬਾ ਤੋਂ ਦਿਨ ਰਾਤ ਗੁਣ ਗਾਉਂਦਾ ਹੈ, ਉਹ ਪ੍ਰਮਾਤਮਾ ਦੇ ਅੱਗੇ ਸੀਸ ਝੁਕਾ ਦਿੰਦਾ ਹੈ ਤੇ ਕਹਿੰਦਾ ਸੱਚੇ ਪਾਤਸ਼ਾਹ ਜੋ ਹੋਇਆ ਇਹ ਚੰਗਾ ਹੀ ਹੋਇਆ। ਜੋ ਹੋਆ, ਜੋ ਪ੍ਰਮਾਤਮਾ ਤੇਰੇ ਹੁਕਮ ਵਿੱਚ ਹੋਇਆ ਇਹ ਚੰਗਾ ਹੋਇਆ। ਹੋਵਤ ਸੋ ਜਾਣੈ, ਅੱਗੇ ਜੋ ਹੋਏਗਾ ਮਾਲਕ ਜੀਓ ਉਹ ਚੰਗਾ ਹੀ ਹੋਏਗਾ। ਤੇ ਫਿਰ ਉਹ ਇਸ ਗੱਲ ਨੂੰ ਸਮਝ ਲੈਂਦਾ ਹੈ, ਜੇ ਸੁਖ ਦੇਤਾ ਤੁਝੇ ਅਰਾਧੀ ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਤਹੀ ਰਾਜਾ ਦੁੱਖ ਵਿੱਚ ਸੁਖ ਮਨਾਈ। ਕਹਿਣ ਲੱਗੇ ਪਾਤਸ਼ਾਹ ਜਿੱਥੇ ਤੂੰ ਰੱਖੇ, ਦੁੱਖ ਵਿੱਚ ਸੁੱਖ ਵਿੱਚ ਗਰੀਬੀ ਵਿੱਚ ਅਮੀਰੀ ਵਿੱਚ, ਸਾਰੇ ਤੇਰੇ ਹੁਕਮ ਦੇ ਵਿੱਚ ਨੇ। ਤੇ ਪੜ੍ਹ ਲਿਆ। ਕਹਿਣ ਲੱਗੇ ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ, ਜੇ ਜਨਮ ਹੈ ਤੇ ਹੁਕਮ, ਮੌਤ ਹੈ ਤੇ ਹੁਕਮ, ਸਭ ਕੁਝ ਤੇਰੇ ਹੁਕਮ ਵਿੱਚ ਹੈ। ਜੋ ਹੋਆ ਹੋਵਤ ਸੋ ਜਾਣੇ, ਪ੍ਰਭ ਆਪਣੇ ਕਾ ਹੁਕਮ ਪਛਾਨੈ। ਉਹ ਫਿਰ ਆਪਣੇ ਮਾਲਕ ਦੇ ਹੁਕਮ ਨੂੰ ਪਛਾਣ ਲੈਂਦਾ ਹੈ। ਇੱਕ ਹੁਕਮੀ ਸਦਾ ਭਵਾਈਐ, ਇੱਕ ਨਾ ਹੁਕਮੀ ਬਖਸ਼ੀਸ਼। ਕਹਿਣ ਲੱਗੇ ਫਿਰ ਉਹ ਜਾਣ ਲੈਂਦਾ ਹੈ ਇੱਕ ਉਹ ਨੇ ਮਾੜੇ ਕਰਮਾਂ ਕਰਕੇ। ਮੈਂ ਬੇਨਤੀ ਕਰਾਂ ਸਾਧ ਸੰਗਤ, ਇਸ ਸਰੀਰ ਦੇ ਨਾਲ ਕੀਤਾ ਹੋਇਆ ਧਨ ਦੌਲਤ ਇਕੱਠਾ, ਇਹ ਸਰੀਰ ਕਿਆ ਨਾਲ ਜਾਏਗਾ? ਤੇ ਨਾਲ ਜਾਏਗਾ ਕਿ ਬੰਦੇ ਦੇ ਕੀਤੇ ਹੋਏ ਕਰਮ। ਬੰਦਿਆ ਆਪਣੇ ਕਰਮ ਸੁਧਾਰ, ਕਰਮ ਚੰਗੇ ਕਰ। ਬੰਦਾ ਚਾਹ ਕੇ ਵੀ ਸਰੀਰ ਦੇ ਨਾਲ ਕਮਾਇਆ ਹੋਇਆ ਧਨ ਦੌਲਤ ਸਰੀਰ ਨਾਲ ਨਹੀਂ ਖੜ ਸਕਦਾ, ਤੇ ਬੰਦਾ ਚਾਹਵੇ ਵੀ ਮੇਰੇ ਕੀਤੇ ਹੋਏ ਮਾੜੇ ਕਰਮ ਨਾਲ ਨਾ ਜਾਣ, ਇਹ ਤਾਂ ਵੀ ਜਾਣਗੇ ਤੇ ਚੰਗੇ ਕਰਮ ਵੀ ਨਾਲ ਜਾਣਗੇ। ਇਸ ਕਰਕੇ ਸਤਿਗੁਰ ਪਾਤਸ਼ਾਹ ਕਹਿੰਦੇ ਭਾਈ ਤੂੰ ਪਰਮਾਤਮਾ ਦੇ ਹੁਕਮ ਵਿੱਚ, ਤੂੰ ਜਿਹੜਾ ਰੱਬ ਦਾ ਪਿਆਰਾ ਉਹ ਸਮਝ ਲੈਂਦਾ ਹੈ, ਜੇ ਮੇਰੇ ਤੇ ਕੋਈ ਆਪ ਦਾ ਕੋਈ ਦੁੱਖ ਕੋਈ ਪਰੇਸ਼ਾਨੀ ਤੇ ਕੋਈ ਮੇਰਾ ਮਾੜਾ ਕਰਮ ਹੈ, ਉਹ ਫਿਰ ਜਾਣ ਲੈਂਦਾ ਹੈ ਦੱਦਾ ਦੋਸ਼ ਨਾ ਦੇਉ ਕਿਛਾ ਦੋਸ਼ ਕਰਮਾਂ ਆਪਣਿਆਂ। ਉਹ ਫਿਰ ਜਾਣ ਲੈਂਦਾ ਕਤਕ ਕਰਮ ਕਮਾਵਣੇ ਦੋਸ਼ ਨ ਕਾਹੂ ਜੋਗ। ਸਿੱਖਾ ਜਿੱਦਨ ਪਰਮੇਸ਼ਰ ਤੋਂ ਭੁੱਲ ਗਿਆ ਉਦਨ ਹੀ ਤੇਰੇ ਪਤਨ ਦਾ ਕਾਰਨ ਹੋਏਗਾ। ਤਿਸ ਕੀ ਮਹਿਮਾ ਕੌਣ ਬਖਾਨੋ, ਤਿਸ ਕਾ ਗੁਣ ਕਹਿ ਏਕ ਨ ਜਾਨੋ। आठ पहर प्रभ बसह हजूरे, कहो नानक से जन पूरे। कहन लगे फिर उस परमात्मा की महिमा कोई बयान कर नहीं सकता। क्यों? जेबा एक है, रसना छोटी है, परमात्मा बहुत वड्डा है, वो सारे का सारा बयान किया ही नहीं जा सकता। कथ कथ कथी कोटि कोट कोट, करोड़ा कथाकार आए, क्या हो कथी कथे कथ देखा, मैं अकथ न कथना जाई। कहन लगे अवतार न पावे अंत, परमेश्वर पार ब्रह्म बेअंत, ओदा कोई अंत पा नहीं सकता। अंत न सिफती कहन न अंत, ओदी महिमा तुमरी महिमा बरन न साको। तू ठाकुर ऊंच भगवाना पातशाह, वड्डा साहिब ऊंचा थाओ, ऊंचे ऊपर ऊंचा नाओ। एवड़ ऊंचा होवे कोई ते सोचे को जाने सोए। ओदे जिड्डा वड्डा कोई हो ही नहीं सकता, ते कौन ओदी महिमा कर सकता बयान। तिसका गुण कह एक ना जानो, परमात्मा तेरे गुण बहुते,
मैं एक ना जाने। पातशाह तेरे एक गुण की भी मैं कीमत नहीं पा सकता। 8 ਪਹਿਰ ਪ੍ਰਭ ਬਸੈ ਹਜੂਰੇ, ਜਿਹੜਾ ਇਸ ਤਰ੍ਹਾਂ ਗੁਣ ਗਾਉਂਦਾ ਹੈ 8 ਪਹਿਰ परमात्मा ਉਹਦੇ ਅੰਗ ਸੰਗ ਉਹ ਰੱਬ ਨੂੰ ਹਾਜ਼ਰ ਨਾਜ਼ਰ ਜਾਣਦਾ ਹੈ। ਕਹੋ ਨਾਨਕ ਸਹੀ ਜਨ ਪੂਰੇ, ਜਿਹੜਾ ਰੱਬ ਨੂੰ ਹਰ ਵੇਲੇ ਹਾਜ਼ਰ ਨਾਜ਼ਰ ਜਾਣਦਾ ਉਹ ਕਹਿਣ ਲੱਗੇ परमात्मा ਨਾਲ ਜੁੜ ਕੇ ਪੂਰਾ ਹੋ ਜਾਂਦਾ ਹੈ। ਅੱਗੇ ਸਤਿਗੁਰ ਪਾਤਸ਼ਾਹ ਕਹਿੰਦੇ ਹਨ, ਮਨ ਮੇਰੇ ਤਿਨ ਕੀ ਓਟ ਲੈ, ਮਨ ਤਨ ਆਪਣਾ ਤਿਨ ਜਨ ਦੇ। हे मेरे मना, जिन्हों ने परमात्मा की उस्तत की उन्हों का संग कर। इसे करके तो आप सत्संगत विच रोज आने आ, पता नहीं इत्थे किहड़ी जुड़ी हुई रूह रब्बी आत्मा ने मिल पैना तो मेरा पार उतारा हो जाना। इस करके कह लगे जिहड़े जपदे ने सतनाम श्री वाहिगुरु, उन्हों की ओट उन्हों का सहारा लिया कर, उन्हों की संगत करया कर। मन तन अपना तिन जन देह, ਕਹਿਣ ਲੱਗੇ ਉਹਨਾਂ ਵਿੱਚ ਜਾ ਕੇ ਆਪਣੀਆਂ ਮਨ ਦੀਆਂ ਗਿਣਤੀਆਂ ਮਿਣਤੀਆਂ ਆਪਣੇ ਤਨ ਦੀ ਸਿਆਣਪ ਸਾਰਾ ਕੁਝ ਅਰਪਣ ਕਰ ਦੇ। ਜਿਨ ਜਨ ਆਪਣਾ ਪ੍ਰਭੂ ਪਛਾਤਾ, ਸੋ ਜਨ ਸਰਬ ਥੋਕ ਕਾ ਦਾਤਾ। ਜਿਨ ਜਨ, ਜਿਨ ਨੰਨੇ ਨੂੰ ਵੀ ਸਿਹਾਰੀ, ਜੱਜੇ ਨੂੰ ਵੀ, ਜਿਸ ਨੇ ਜਨ ਆਪਣਾ ਪ੍ਰਭੂ ਪਛਾਤਾ, ਜਿਹਨੇ ਆਪਣੇ ਰੱਬ ਦੇ ਨਾਲ ਪਛਾਣ ਕਰ ਲਈ। ਸੋ ਜਨ ਸਰਬ ਥੋਕ, ਤੇ ਥੋਕ ਮੈਨੇ ਸਾਰਾ ਕੁਝ। ਤੇ ਬੇਨਤੀ ਕਰਾਂ ਸੰਤੋਖ ਦੇ ਵਿੱਚ ਹੀ ਥੋਕ ਆਉਂਦਾ ਜੇ, ਬਿਨਾ ਸੰਤੋਖ ਨਹੀਂ ਕੋ ਰਾਜਾ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਸੰਤੋਖ ਦੇ ਵਿੱਚ ਹੀ ਥੋਕ ਹੈ। ਤੋ ਕਹਿਣ ਲੱਗੇ ਜਿਸਨੇ ਆਪਣੇ ਪ੍ਰਭੂ ਨੂੰ ਜਾਣਿਆ, ਸੋ ਜਨ ਸਰਬ ਥੋਕ ਕਾ ਦਾਤਾ। ਛੋਟੀ ਜੀ ਗੱਲ ਸਾਂਝੀ ਕਰਾਂ, ਅੱਗੇ ਵਧਾਂ। ਇੱਕ ਰਾਜ ਦੇ ਵਿੱਚ ਕਾਲ ਪੈ ਗਿਆ, ਇੱਕ ਦੇਸ਼ ਦੇ ਵਿੱਚ। ਰਾਜਾ ਬੜਾ ਸਤਪੁਰਸ਼ ਸੀ, ਸਤਸੰਗੀ ਸੀ। ਉਹਨੇ ਸੋਚਿਆ ਵੀ ਜਨਤਾ ਬੜੀ ਦੁਖੀ ਹੈ। ਉਹਨੇ ਆਪਣੇ ਰਾਜ ਮਹਿਲ ਦੇ ਵਿੱਚ ਸਾਰੀਆਂ ਵਸਤੂਆਂ ਤੋਸ਼ੇ ਖਾਨੇ ਚੋਂ ਕੱਢ ਕੇ ਢੇਰ ਲਾ ਦਿੱਤੇ ਤੇ ਹੁਕਮ ਕਰ ਦਿੱਤਾ ਵੀ ਜਿਹਨੂੰ ਜੋ ਚਾਹੀਦਾ, ਜਿਹੜੀ ਚੀਜ਼ ਤੇ ਹੱਥ ਰਹੇਗਾ ਉਹਨੂੰ ਓਨੀ ਚੁਕਾਤੀ ਜਾਏਗੀ ਜਿੰਨੀ ਖੜ ਸਕਦਾ ਉਹਦਾ ਮਾਲਕ ਹੈ। ਸਾਰੇ ਲੋਕ ਆਏ, ਸਾਰੇ ਦੁਨੀਆ ਦੇ ਲੋਕ ਇਕੱਠੇ ਭੱਜਾ ਦੌੜੀ ਪੈ ਗਏ, ਕਿਉਂਕਿ ਮਨੁੱਖਤਾ ਦੀ ਦਸ਼ਾ ਹੀ ਇਹੋ ਜਿਹੀ ਆ। ਇਹ ਤਾਂ ਦੇਖੀਦਾ ਵੀ ਜੇ ਕਿਤੇ ਸ਼ਰਾਬ ਵਾਲਾ ਟਰੱਕ ਡਿੱਗ ਜਾਏ ਤੇ ਉਹ 'ਚੋਂ ਬੋਤਲਾਂ ਇਕੱਠੀਆਂ ਕਰ ਲਈ ਦੌੜ ਲੱਗੀ ਹੁੰਦੀ। ਜੇ ਕਿਤੇ ਮੁਰਗੀ ਖਾਨੇ ਵਾਲਾ ਟਰੱਕ ਡਿੱਗ ਜਾਏ ਤਾਂ ਮੁਰਗੀਆਂ ਹੀ ਚੋਰੀ ਕਰੀ ਜਾਣਗੇ। ਹਾਲਾਤ ਹੈ ਲੋਕਾਂ ਦੇ। ਲੋਕ ਆਏ, ਜਿਹਨੂੰ ਜੋ ਜੋ ਚਾਹੀਦਾ ਸੀ, ਸੋਨਾ ਚਾਂਦੀ ਧਨ ਪਦਾਰਥ ਕੱਪੜਾ ਗੱਡੀਆਂ ਹੱਥ ਰੱਖੀ ਗਏ। ਰਾਜਾ ਕਹਿ ਗਿਆ ਲਈ ਜਾਓ ਲਈ ਜਾਓ। ਇੱਕ ਬਜ਼ੁਰਗ ਔਰਤ ਹੈ, ਉਹਦੀ ਛੋਟੀ ਜੀ ਧੀ ਹੈ। ਬਜ਼ੁਰਗ ਔਰਤ ਬਿਮਾਰ ਹੈ, ਉੱਠਦੀ ਹੈ, ਉੱਠਿਆ ਨਹੀਂ ਜਾਂਦਾ, ਫਿਰ ਬਹਿ ਜਾਂਦੀ, ਫਿਰ ਉੱਠਦੀ, ਫਿਰ ਉੱਠਿਆ ਨਹੀਂ ਜਾਂਦਾ, ਬਹਿ ਜਾਂਦੀ। ਮਾਂ ਨੇ, ਧੀ ਨੇ ਆਖਿਆ, ਮਾਂ ਤੂੰ ਇੰਨੀ ਪਰੇਸ਼ਾਨ ਕਿਉਂ ਹੁੰਨੀ, ਦੱਸ। ਮਾਂ ਨੇ ਆਖਿਆ, ਪੁੱਤ ਗੁਜ਼ਾਰਾ ਕੋਈ ਨਹੀਂ, ਤੇਰਾ ਬਾਪੂ ਸਿਰ ਤੇ ਨਹੀਂ। ਮੇਰਾ ਜੀ ਕਰਦਾ ਰਾਜ ਮਹਿਲ 'ਚ ਮੈਂ ਵੀ ਜਾਵਾਂ, ਕਿਸੇ ਢੇਰੀ ਨੂੰ ਹੱਥ ਲਾ ਕੇ ਲੈ ਆਵਾਂ। ਪੁੱਤ ਤੇਰੇ ਅੱਗੇ 4 ਦਿਨ ਸੌਖੇ ਲੰਘ ਜਾਣਗੇ। ਧੀ ਨੇ ਆਖਿਆ, ਮਾਂ ਇਹ ਕਿਹੜੀ ਗੱਲ ਹੈ, ਮੈਂ ਚਲੇ ਜਾਨੀ, ਤੂੰ ਘਰ ਬਹਿ। ਧੀਏ ਛੋਟੀ ਆ, ਜਾਵੇਂਗੀ ਕਿਵੇਂ? ਕਹਿਣ ਲੱਗੀ ਆ ਦਸਤਾਰ ਧਾਰੀ ਸਿੱਖ ਜਾ ਰਿਹਾ, ਮੈਂ ਇਹਦਾ ਸਹਾਰਾ ਲੈ ਕੇ ਚਲੇ ਜਾਨੀ ਹਾਂ। ਆਖਣ ਲੱਗੀ ਵੀਰਾ ਮੈਨੂੰ ਨਾਲ ਲੈ ਜਾ। ਹੁਣ ਦੌੜ ਭੱਜ ਲੱਗੀ, ਕਹਿਣ ਲੱਗਾ ਆ ਜਾ ਧੀਏ ਚੱਲ ਮੇਰੇ ਨਾਲ। ਫੜ ਕੇ ਨਾਲ ਲੈ ਗਿਆ, ਰਾਜ ਦਰਬਾਰ 'ਚ ਗਏ। ਉਹ ਧੀ ਖੜੋ ਕੇ ਦੇਖਦੀ ਆ ਕੌਣ ਕੀ ਕੀ ਚੁੱਕ ਰਿਹਾ। ਲੋਕ ਢੇਰੀਆਂ ਨੂੰ ਹੱਥ ਲਾਈ ਜਾਂਦੇ ਨੇ, ਲਈ ਜਾਂਦੇ ਨੇ। ਧੀ ਦੇਖਦੀ ਹੈ ਸਭ ਲੋਕ ਸਮਾਨ ਚੁੱਕੀ ਜਾਂਦੇ ਨੇ, ਪਰ ਇੱਕ ਪਾਸੇ ਇੱਕ ਮਨੁੱਖ ਬੈਠਾ ਹੈ, ਕੋਨੇ ਦੇ ਵਿੱਚ, ਉਹਦੇ ਵੱਲ ਕੋਈ ਨਹੀਂ ਜਾ ਰਿਹਾ। ਉਹ ਧੀ ਹੌਲੇ ਹੌਲੇ ਕਦਮਾਂ ਤੋਂ ਗਈ, ਉਹਨੇ ਖੂੰਜੇ ਵਿੱਚ ਬੈਠੇ ਉਸ ਮਨੁੱਖ, ਉਸ ਆਦਮੀ ਤੇ ਹੱਥ ਰੱਖ ਦਿੱਤਾ। ਜਦੋਂ ਹੱਥ ਰੱਖਿਆ, ਉਹ ਹੈ ਰਾਜਾ, ਕੋਨੇ 'ਚ ਬੈਠਾ। ਉਹ ਰਾਜਾ ਕਹਿਣ ਲੱਗਾ, ਮੇਰੀ ਇਹ ਧੀਏ ਲੋਕ ਬੜਾ ਕੁਝ ਚੁੱਕ ਚੁੱਕ ਕੇ ਲਈ ਜਾਂਦੇ ਨੇ, ਪਰ ਮੈਨੂੰ ਦੱਸ ਤੂੰ ਕਿਸੇ ਢੇਰੀ ਤੇ ਹੱਥ ਨਹੀਂ ਰੱਖਿਆ, ਤੂੰ ਮੇਰੇ ਤੇ ਕਿਉਂ ਹੱਥ ਰੱਖਿਆ? ਉਹ ਧੀ ਨੇ ਆਖਿਆ, ਕਹਿਣ ਲੱਗੀ ਰਾਜਾ ਤੂੰ ਆਖਿਆ ਸੀ ਜਿਹੜਾ ਜਿਹਨੂੰ ਹੱਥ ਲਾਏਗਾ ਉਹਦਾ ਹੋ ਜਾਏਗਾ, ਤੇ ਮੈਂ ਸੋਚਿਆ ਢੇਰੀਆਂ ਚੁੱਕਣ ਦੇ ਨਾਲੋਂ ਰਾਜੇ ਤੇ ਹੱਥ ਰੱਖਾਂ। ਜੇ ਰਾਜਾ ਹੀ ਮੇਰਾ ਹੋ ਗਿਆ ਤੇ ਫਿਰ ਹੋਰ ਕੀ ਚਾਹੀਦਾ। ਰਾਜੇ ਨੇ ਸਿਰ ਤੇ ਹੱਥ ਰੱਖਿਆ, ਕਹਿਣ ਲੱਗੀ ਧੀਏ ਲੋਕ ਆਉਂਦੇ ਆ,
ਢੇਰੀਆਂ ਚੁੱਕ ਚੁੱਕ ਲੈ ਗਏ, ਮੇਰੇ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ। ਤੂੰ ਮੈਨੂੰ ਹੱਥ ਲਾਇਆ, ਅੱਜ ਤੂੰ ਮੇਰੀ ਧਰਮ ਦੀ ਧੀ ਐ, ਮੈਂ ਤੇਰਾ ਪਿਤਾ, ਸਾਰਾ ਹੀ ਰਾਜ ਭਾਗ ਤੇਰਾ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਸੋ ਜਨ ਸਰਬ ਥੋਕ ਕਾ ਦਾਤਾ, ਜਿਹਨੇ ਆਪਣੇ ਪ੍ਰਭੂ ਦੀ ਪਛਾਣ ਕਰ ਲਈ, ਕਹਿਣ ਲੱਗੇ ਉਹਨੂੰ ਵੱਖ-ਵੱਖ ਕੁਝ ਮੰਗਣਾ ਨਹੀਂ ਪੈਂਦਾ। ਸਿੱਖਾ, ਤੂੰ ਆਪਣੇ ਮਨ ਰੂਪੀ ਹੱਥ ਗੁਰੂ ਚਰਨਾਂ ਤੇ ਰੱਖ ਦੇ, ਗੁਰੂ ਤੇਰੇ ਸੀਸ ਤੇ ਹੱਥ ਰੱਖ ਦੇਗਾ, ਫਿਰ ਸਾਰਾ ਕੁਝ ਹੀ ਤੇਰਾ ਹੋ ਜਾਏਗਾ, ਬਸ਼ਰਤੇ ਅਸੀਂ ਗੁਰੂ ਵਾਲੇ ਬਣ ਜਾਈਏ। ਤਿਸ ਕੀ ਸਰਨ ਸਰਬ ਸੁਖ ਪਾਵੇਂ, ਕਹਿਣ ਲੱਗੇ ਉਸ ਮਾਲਕ ਦੀ ਸ਼ਰਨ ਵਿੱਚ ਆ ਕੇ ਸਭੇ ਥੋਕ ਪ੍ਰਾਪਤੇ ਜੇ ਆਵੇ ਇੱਕ ਹੱਥ, ਕਹਿਣ ਲੱਗੇ ਉਹਨੂੰ ਸਾਰੇ ਸਰਬ ਸੁੱਖ ਵਿੱਚ ਸਾਰੇ ਸੁੱਖ ਮਿਲ ਜਾਂਦੇ ਨੇ। ਤਿਸ ਕਾ ਦਰਸ ਸਭ ਪਾਪ ਮਿਟਾਵੇਂ, ਕਹਿਣ ਲੱਗੇ ਉਹਦੇ ਦਰਸ਼ਨ ਕਰਕੇ ਅੰਦਰੋਂ ਪਾਪ ਬਿਰਤੀ ਖਤਮ ਹੋ ਜਾਂਦੀ। ਅਵਰ ਸਿਆਣਪ ਸਗਲੀ ਛਾੜ, ਤੀ ਜਨ ਕੀ ਤੂੰ ਸੇਵਾ ਲਾਗ, ਕਹਿਣ ਲੱਗੇ ਹੋਰ ਸਿਆਣਪਾਂ ਛੱਡ ਦੇ, ਰੱਬ ਦੇ ਪ੍ਰੇਮੀਆਂ ਦੇ ਚਰਨਾਂ ਨਾਲ ਲੱਗ ਜਾ। ਆਮਨ ਜਾਨ ਨਾ ਹੋਵੀ ਤੇਰਾ, ਨਾਨਕ ਤੇ ਜਨ ਕੇ ਪੂਜੋ ਸਦ ਪੈਰਾ, ਕਹਿਣ ਲੱਗੇ ਫਿਰ ਤੇਰਾ 84 ਲੱਖ ਜੂਨ ਚ ਆਉਣਾ ਜਾਣਾ ਨਹੀਂ ਹੋਏਗਾ, ਤਿਸ ਜਨ ਕੇ ਪੂਜੋ ਸਦ ਪੈਰਾ। ਕਹਿਣ ਲੱਗੇ ਜਿਹੜਾ ਰੱਬ ਦਾ ਪਿਆਰਾ ਨਾਮ ਜਪਣ ਵਾਲਾ, ਉਹਦੇ ਪੈਰ ਪੂਜੋ। ਤੇ ਪੈਰ ਪੂਜਣ ਦਾ ਪਤਾ ਕੀ ਆ? ਦੇਖੋ, ਕੋਈ ਦੁਨਿਆਵੀ ਸਾਧ ਤਾਂ ਆਖੇਗਾ ਵੀ ਮੇਰੇ ਪੈਰੀਂ ਡਿੱਗੋ, ਮੇਰੇ ਪੈਰਾਂ ਤੇ ਮੱਥਾ ਟੇਕੋ, ਪਰ ਗੁਰਮਤ ਦੇ ਵਿੱਚ ਪੈਰੀਂ ਪੈਣ ਦਾ ਅਰਥ ਹੈ ਕਿ ਗੁਰੂ ਸਾਹਿਬਾਨਾਂ ਦੇ ਜੋ ਪਦ ਚਿੰਨ੍ਹ ਨੇ, ਜਿੱਥੇ ਜਿੱਥੇ ਉਹਨਾਂ ਦੇ ਕਦਮ ਜਿਹੜੇ ਉਹਨਾਂ ਦੇ ਪਾਏ ਹੋਏ ਪੂਰਨੇ ਨੇ, ਆਪਣੇ ਵੱਡਿਆਂ ਦੇ ਕਦਮ ਨਕਸ਼ੇ ਤੇ ਚੱਲਣਾ, ਉਹਨਾਂ ਦੇ ਦਰਸਾਏ ਮਾਰਗ ਤੇ ਚੱਲਣ ਦਾ ਅਰਥ ਹੈ ਪੈਰੀਂ ਪੈਣਾ। ਉਹਨਾਂ ਦੇ ਪਦ ਚਿੰਨ੍ਹ ਜਿੱਥੇ ਉਹਨਾਂ ਦੇ ਚਰਨ ਪਏ ਨੇ, ਉਸ ਮਾਰਗ ਤੇ ਚੱਲਣਾ। ਤੇ ਗੁਰੂ ਸਾਹਿਬ ਦਾ ਸੱਚ ਦਾ ਮਾਰਗ, ਸੱਚਾ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਇਹ ਹੈ ਪੈਰੀਂ ਪੈਣਾ। ਕਹਿਣ ਲੱਗੇ ਜਦੋਂ ਤੂੰ ਗੁਰੂ ਚਰਨੀ ਲੱਗ ਜਾਏਗਾ, ਤੇਰਾ ਆਉਣਾ ਜਾਣਾ ਖਤਮ ਹੋ ਜਾਏਗਾ। ਸਤਿਗੁਰ ਕਿਰਪਾ ਕਰਨ। ਸਾਡੇ ਬਹੁਤ ਹੀ ਸਤਿਕਾਰਯੋਗ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਦਾਰ ਭੁੱਲਰ ਸਾਹਿਬ, ਉਹਨਾਂ ਨੂੰ ਅਸੀਂ ਭੁੱਲਰ ਕਰਕੇ ਹੀ ਜਾਣਦੇ ਸਾਰੀ ਸੰਗਤ, ਉਹਨਾਂ ਨੇ ਵੀ ਇਹਨਾਂ ਕੈਂਪਾਂ ਦੇ ਵਿੱਚ, ਔਰ ਉਹਨਾਂ ਦੇ ਕੈਂਪ ਕਲਿਆਣਪੁਰੀ ਦੇ ਵਿੱਚ ਮੈਂ ਦੇਖਿਆ ਖਾਸ ਕਰਕੇ ਨੌਨ ਸਿੱਖ ਬੱਚੇ, ਹਿੰਦੂ ਬੱਚੇ, ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀ ਊੜਾ ਕੀ ਹੁੰਦਾ ਹੈ, ਉਹਨਾਂ ਨੇ ਵੀ ਇਹਨਾਂ 20 ਦਿਨਾਂ ਦੇ ਵਿੱਚ ਆ ਕੇ ਗੁਰਮਤਿ ਕੈਂਪ ਦੇ ਵਿੱਚ ਗੁਰਮੁਖੀ ਪੰਜਾਬੀ ਪਾਠ ਸ਼ਬਦ ਸੁਣਾਇਆ। ਸਿੱਖੋ, ਅਸੀਂ ਜੇ ਕੋਸ਼ਿਸ਼ ਕਰੀਏ ਗੁਰੂ ਨਾਨਕ ਦਾ ਭੰਡਾਰਾ ਵੰਡੀਏ ਤੇ ਲੈਣ ਵਾਲੀਆਂ ਫੌਜਾਂ ਬੜੀਆਂ ਤਿਆਰ ਨੇ। ਸੋ ਮੈਂਬਰ ਸਾਹਿਬਾਨ ਆਏ, ਗੁਰੂ ਚਰਨਾਂ 'ਚ ਨਤਮਸਤਕ ਹੋਏ, ਜੀ ਆਇਆਂ ਨੂੰ। ਔਰ ਜਿਸ ਤਰ੍ਹਾਂ ਇਹਨਾਂ ਨੇ ਐਕਟਿਵ ਹੋ ਕੇ, ਬਹੁਤ ਸਾਰੇ ਮੈਂਬਰਾਂ ਨੇ ਐਕਟਿਵ ਹੋ ਕੇ ਸਾਡਾ ਸਹਿਯੋਗ ਕੀਤਾ, ਇਹ ਗੁਰਮਤਿ ਦੀਆਂ ਕਲਾਸਾਂ ਦੇ ਵਿੱਚ ਸਾਰਿਆਂ ਦਾ ਹੀ ਧੰਨਵਾਦ ਹੈ। ਸਤਿਗੁਰੂ ਚੜ੍ਹਦੀਆਂ ਕਲਾ ਬਖਸ਼ਣ। ਵਿਚਾਰ ਕਰਦਿਆਂ, ਸੇਵਾ ਨਿਭਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਮਾਫੀ, ਭੁੱਲਾਂ ਨਾ ਚਿਤਾਰਨੀਆਂ, ਭੁੱਲਾਂ ਦਾਸ ਦੀਆਂ ਮੁਆਫ ਕਰਨਾ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਪ ਸਮੂਹ ਸੰਗਤਾਂ ਦਾ ਬਹੁਤ ਬਹੁਤ ਬਾਰ-ਬਾਰ ਧੰਨਵਾਦ। ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਹਰਨਾਮ ਸਿੰਘ ਜੀ ਖਾਲਸਾ, ਜੋ ਅਕਸਰ ਬਹੁਤ ਹੀ ਪਿਆਰ ਦਿੰਦੇ ਹਨ, ਪਿਆਰ ਵੰਡਦੇ ਹਨ, ਔਰ ਬਹੁਤ ਸਾਰੀਆਂ ਸੇਵਾਵਾਂ ਹਨ ਉਹਨਾਂ ਦੀਆਂ ਕੌਮ ਦੇ ਵਾਸਤੇ। ਸਤਿਗੁਰੂ ਚੜ੍ਹਦੀ ਕਲਾ ਦੇ ਰੋਗਤਾ, ਗੁਰਸਿੱਖੀ ਸਿਦਕ ਭਰੋਸਾ, ਇਸੇ ਤਰ੍ਹਾਂ ਕੌਮ ਦੀ, ਪੰਥ ਦੀ, ਗੁਰਚਰਨਾਂ ਦੀ ਸੇਵਾ ਕਰਨ ਦਾ ਸਿੰਘ ਸਾਹਿਬ ਨੂੰ ਗੁਰੂ ਬਲ ਬਖਸ਼ੇ। ਸਾਰਿਆਂ ਦਾ ਸਤਿਕਾਰ, ਬਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ।